ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਜੀਉ ਪਿੰਡ ਸਭ ਤਿਸ ਕਾ, ਸਭ ਸਹਿ ਦੇ ਆਧਾਰ। ਨਾਨਕ ਗੁਰਮੁਖ ਸੇਵੀਐ, ਸਦਾ ਸਦਾ ਦਾਤਾਰ। ਹਾਂ ਬਲਿਹਾਰੀ ਤਿਨ ਕੋ, ਜਿਨ ਧਿਆਇਆ ਹਰਿ ਨਿਰੰਕਾਰ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਵਾਹਿਗੁਰੂ। ਇਹ ਪਵਿੱਤਰ ਬਚਨ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਕੀ ਵਾਰ ਅੰਗ 91 ਉੱਪਰ ਸੁਭਾਏਮਾਨ। ਸ੍ਰੀ ਰਾਗ ਕੀ ਵਾਰ ਦੇ ਆਖਰੀ ਸ਼ਬਦ ਹਨ। ਇਸ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਜੀ ਦੀਆਂ ਹਨ ਅਤੇ ਸ਼ਲੋਕ ਮਹੱਲੇ ਤੇ ਮਹੱਲੇ ਪਹਿਲੇ, ਦੂਜੇ, ਤੀਜੇ ਪਾਤਸ਼ਾਹ ਦੇ ਹਨ। ਜ਼ਿਆਦਾਤਰ ਤੀਸਰੇ ਪਾਤਸ਼ਾਹ ਜੀ ਦੀ ਬਾਣੀ ਹੈ। ਇਸ ਪਵਿੱਤਰ ਸ਼ਬਦ ਰਾਹੀਂ ਧੰਨ ਧੰਨ ਸ਼ਬਦਾਵਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਆਓ ਸਰਵਣ ਕਰੀਏ। ਸ਼ਲੋਕ ਮਹੱਲਾ ਤੀਜਾ। ਜੀਉ ਪਿੰਡ ਸਭ ਤਿਸ ਕਾ, ਸਭ ਸਹਿ ਦੇ ਆਧਾਰ। ਤੀਸਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ ਇਹ ਜੋ ਤੁਹਾਨੂੰ ਪਿੰਡ ਭਾਵ ਪਿੰਡਾ ਭਾਵ ਸਰੀਰ ਜੋ ਆਪਾਂ ਨੂੰ ਮਿਲਿਆ ਹੈ, ਇਹ ਸਰੀਰ ਵੀ ਉਸ ਪਰਮੇਸ਼ਰ ਨੇ ਬਖਸ਼ਿਆ। ਜਿਵੇਂ ਪ੍ਰੀਤਮ ਇੱਕ ਥਾਂ ਲਿਖਦੇ ਨੇ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਔਰ ਫਿਰ ਇਸ ਪਿੰਡੇ ਵਿੱਚ ਭਾਵ ਇਹਨਾਂ ਸਰੀਰਾਂ ਦੇ ਵਿੱਚ ਮਨੁੱਖਾ ਜਾਮੇ ਦੇ ਵਿੱਚ ਜਿਹੜੀ ਆਤਮਾ ਬੈਠੀ ਆ, ਇਹ ਵੀ ਪਰਮੇਸ਼ਰ ਦੀ ਅੰਸ਼ ਹੈ। ਉਹਨੇ ਆਪਣੇ ਹੀ ਦੂਸਰੇ ਸਰੂਪ ਨੂੰ, ਅੰਸ਼ ਨੂੰ, ਆਤਮਾ ਨੂੰ ਇਹਨਾਂ ਸਰੀਰਾਂ ਵਿੱਚ ਬਿਠਾਇਆ। ਔਰ ਤੀਸਰਾ, ਸਰੀਰ ਦੀ ਖੁਰਾਕ ਤੇ ਆਤਮਾ ਦੀ ਖੁਰਾਕ ਇਹ ਦੇਣ ਵਾਲਾ ਵੀ ਪਰਮੇਸ਼ਰ ਹੈ। ਆਧਾਰ, ਸਭ ਸਹਿ ਦੇ ਆਧਾਰ, ਆਸਰਾ। ਆਤਮਾ ਨੂੰ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ, ਸਰੀਰ ਨੂੰ ਭੋਜਨ ਦਾ ਆਸਰਾ ਹੈ। ਜੋ ਪਰਾਲਬਧ ਸਰੀਰ ਨੂੰ ਮਿਲਦੀ ਹੈ, ਇਹ ਵੀ ਦੇਣ ਵਾਲਾ ਪਰਮੇਸ਼ਰ ਹੈ। ਆਤਮਾ ਵੀ ਪਰਮੇਸ਼ਰ ਦਾ ਸਰੂਪ ਹੈ, ਉਹਨੇ ਵਿੱਚ ਬਿਠਾਈ ਆ ਤੇ ਸਰੀਰ ਵੀ ਉਸੇ ਨੇ ਬਣਾਏ। ਜਿਹੋ ਜਿਹਾ ਕਿਸੇ ਜੀਵ ਦਾ ਆਖਰੀ ਸਮੇਂ ਦਾ ਫੁਰਨਾ ਹੁੰਦਾ ਹੈ, ਆਪਣੇ ਕਿਰਿਆਤਮਕ ਕਰਮ ਦੇ ਮੁਤਾਬਕ, ਜਾਂ ਜਿਹੋ ਜਿਹਾ ਉਸ ਨੇ ਫਲ ਭੋਗਣਾ ਹੁੰਦਾ ਹੈ, ਉਹਨੂੰ ਪਰਮੇਸ਼ਰ ਉਹੇ ਜਿਹੇ ਜਾਮੇ ਵਿੱਚ ਭੇਜ ਦਿੰਦਾ, ਉਹੇ ਜਿਹੇ ਸਰੀਰ ਵਿੱਚ ਭੇਜ ਦਿੰਦਾ, ਜਿੱਥੇ ਜਾ ਕੇ ਉਹ ਆਪਣੇ ਕੀਤੇ ਕਰਮਾਂ ਦੇ ਫਲਾਂ ਨੂੰ ਭੋਗਦਾ। ਜਿਵੇਂ 12 ਮਾਹਾਂ ਦਾ ਪਹਿਲਾ ਸ਼ਬਦ ਹੈ, ਪਰਮੇਸ਼ਰ ਤੋਂ ਵਿਛੜਨ ਦਾ ਕਾਰਨ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਹੁੰਦੀ ਹੈ ਸ਼ਰਨ। ਤਾਂ ਇਸ ਤਰ੍ਹਾਂ ਇਹ ਜੀਵ ਭਟਕਦਾ ਭਟਕਦਾ ਪਰਮੇਸ਼ਰ ਦੀ ਸ਼ਰਨ ਵਿੱਚ ਕਿਸੇ ਵੇਲੇ ਆਇਆ। ਕਿਸੇ ਵੇਲੇ ਇਹਨੇ ਬੇਨਤੀਆਂ ਕੀਤੀਆਂ ਵੀ ਮਹਾਰਾਜ ਬਹੁਤ ਲੰਬਾ ਸਮਾਂ ਹੋ ਗਿਆ ਭਟਕਦੇ ਨੂੰ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਹਨਾਂ ਟੇਢੀਆਂ ਜੂਨਾਂ 'ਚ ਭਟਕਦੇ ਨੂੰ ਹੁਣ ਕੱਢ ਲੈ। ਤੇ ਉਹਨੇ ਦਇਆ ਕਰਕੇ
ਤਰਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਕੱਢ ਲਿਆ। ਭਾਵ ਜੋ ਮਾਨਸ ਜਾਮਾ ਸਾਨੂੰ ਦਿੱਤਾ ਔਰ ਨਾਲ ਹੁਕਮ ਦਿੱਤਾ ਵੀ ਹੁਣ ਤੂੰ ਮੇਰਾ ਨਾਮ ਜਪ, ਤੈਨੂੰ ਸਦਾ ਸਦਾ ਨਹੀਂ ਕੱਢ ਲੂੰਗਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ, ਇਹੋ ਤੇਰੀ ਬਰੀਆ, ਮੈਂ ਤੈਨੂੰ ਘਰ ਹੀ ਲੈ ਜਾਊਂਗਾ। ਪਰ ਸ਼ਰਤ ਹੈ ਕਿ ਪਹਿਲਾਂ ਤੈਨੂੰ ਮਨੁੱਖ ਬਣਾਉਣਾ ਤੇ ਤੂੰ ਗੁਰੂ ਵਾਲਾ ਬਣ ਤੇ ਫਿਰ ਮੇਰੇ ਕੋਲੇ ਆ ਜਾ। ਕਿਉਂਕਿ ਪਰਮੇਸ਼ਰ ਦਾ ਇੱਕ ਕਾਨੂੰਨ ਹੈ, ਸਿਸਟਮ ਹੈ। ਜਦੋਂ ਕਿਸੇ ਜੀਵ ਨੂੰ ਮੁਕਤ ਕਰਨਾ ਹੈ ਤੇ ਪਹਿਲਾਂ ਉਹਨੂੰ ਟੇਢੀਆਂ ਜੂਨਾਂ 'ਚੋਂ ਕੱਢ ਕੇ ਮਨੁੱਖ ਬਣਾਉਂਦਾ ਹੈ ਤੇ ਮਨੁੱਖ ਬਣਾਉਣ ਤੋਂ ਬਾਅਦ ਫਿਰ ਵੱਡੇ ਭਾਗਾਂ ਵਾਲਿਆਂ ਨੂੰ ਕਿਸੇ ਗੁਰਮੁਖਾਂ ਦੀ ਸੰਗਤ ਹੁੰਦੀ ਹੈ, ਉਹਨਾਂ ਦੀ ਪ੍ਰੇਰਨਾ ਕਰਕੇ ਅਸੀਂ ਗੁਰੂ ਕੋਲ ਪਹੁੰਚ ਜਾਂਦੇ ਹਾਂ। ਗੁਰੂ ਕੋਲ ਤਾਂ ਬਹੁਤ ਆਉਂਦੇ ਆ, ਕਈ ਬਾਹਰਲੇ ਪਾਰਕਾਂ 'ਚ ਬੈਠ ਕੇ ਮੁੜ ਜਾਂਦੇ ਆ। ਕਹੋ ਸਤਿਨਾਮ ਸ੍ਰੀ ਹੈਨ ਵਿਰਲੇ ਨਾ ਹੀ ਕਣੇ, ਤਾਈਓ ਕਿਹਾ ਨਾ ਮਨੁੱਖ ਤਾਂ ਬਹੁਤ ਬਣੇ ਪਰ ਸਾਰੇ ਮਨੁੱਖ ਗੁਰੂ ਕੋਲ ਨਹੀਂ ਪਹੁੰਚਦੇ। ਜੇ ਗਾਹੇ ਅਵਗਾਹੇ ਆ ਵੀ ਜਾਣ ਤੇ ਬਾਹਰ ਦੀ ਬਾਹਰ ਹੀ ਮੁੜ ਜਾਂਦੇ ਆ, ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਦੇ, ਪ੍ਰਾਪਤ ਨਹੀਂ ਕਰਦੇ। ਕੋਟਨ ਮੈਂ ਕਹੂੰ, ਜਿਵੇਂ ਕਲਾਸ ਵਿੱਚ ਪੜ੍ਹਨ ਵਾਲੇ ਸਾਰੇ ਬੱਚੇ ਅਫਸਰ ਨਹੀਂ ਬਣਦੇ। ਪਹਿਲਾਂ ਤਾਂ ਸਾਰੇ ਪਾਸ ਨਹੀਂ ਹੁੰਦੇ, ਫਿਰ ਪਾਸ ਹੋਇਆਂ ਦੇ ਵਿੱਚੋਂ ਵੀ ਅੱਗੇ ਜਾ ਕੇ ਸਾਰੇ ਜਿਹੜੇ ਉੱਚੀਆਂ ਪਦਵੀਆਂ 'ਚ ਨਹੀਂ ਜਾਂਦੇ। ਉਸੇ ਤਰ੍ਹਾਂ ਹੀ ਗੁਰੂ ਕੋਲੇ ਆਉਣ ਵਾਲੇ ਵੀ ਬਹੁਤ ਹੈ, ਮਨੁੱਖਾ ਜਨਮ ਵੀ ਬਥੇਰਿਆਂ ਨੂੰ ਮਿਲੇ ਹੈ ਤੇ ਬਹੁਤ ਸਾਰਿਆਂ ਨੇ ਆਪਣਾ ਜੀਵਨ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਂਗੂ ਬਤੀਤ ਕਰ ਦਿੱਤਾ। ਭਾਰ ਢੋਂਦੇ ਆ ਸੰਸਾਰ ਦਾ। ਕਈਆਂ ਨੂੰ ਸੋਝੀ ਆਈ, ਉਹਨਾਂ ਨੇ ਬੇਨਤੀ ਕੀਤੀ, ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ। ਤੇ ਉਹਨਾਂ ਦੀ ਉਹ ਬੇਨਤੀ ਸੁਣ ਕੇ ਉਹਨਾਂ ਦਾ ਇਹ ਕਰਮ ਬਣਿਆ ਤੇ ਉਹਨਾਂ ਨੂੰ ਕਿਸੇ ਗੁਰਮੁਖ ਦੀ ਸੰਗਤ ਕਰਾਈ। ਕਰਮ ਹੀ ਉਗਰਦਾ ਤੁਹਾਨੂੰ ਕਿਸੇ ਰੱਬ ਦੇ ਪਿਆਰੇ ਨਾਲ ਮਿਲਾਉਣ ਵਾਸਤੇ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ। ਅੰਕੁਰ ਹੁੰਦਾ ਜਿਵੇਂ ਆਪਾਂ ਭਿਉਂਤੇ ਹੋਏ ਛੋਲੇ ਦੇਖਦੇ ਹਾਂ ਤੇ ਵਿੱਚੋਂ ਉਹਦੇ ਅੰਕੁਰ ਨਿਕਲ ਆਉਂਦਾ ਤਿੱਖਾ ਜਿਹਾ, ਭਾਵ ਛੋਲਿਆਂ ਦੇ ਦਾਣੇ ਦਾ ਫੁੱਟਣਾ, ਕਣਕ ਦਾ ਫੁੱਟਣਾ, ਆਦਿ ਬੀਜਾਂ ਦਾ ਫੁੱਟਣਾ, ਇਹਨੂੰ ਕਹਿੰਦੇ ਆ ਅੰਕੁਰ। ਇਸੇ ਤਰ੍ਹਾਂ ਹੀ ਸਾਡੇ ਕੀਤੇ ਹੋਏ ਕਰਮ ਨੇ ਵੀ ਫੁੱਟਣਾ ਇੱਕ ਦਿਨ। ਸਾਡੀ ਮੈਮਰੀ ਵਿੱਚ ਜਨਮਾਂ ਜਨਮਾਂਤਰਾਂ ਦੇ ਕਰਮ ਰੱਖੇ ਹੋਏ ਆ। ਜਿਵੇਂ ਜਿਵੇਂ ਉਹ ਕਰਮ ਉਗਰਦੇ ਰਹਿੰਦੇ ਹੈ ਤਿਵੇਂ ਤਿਵੇਂ ਮਨੁੱਖ ਨੂੰ ਸੁੱਖ ਦੁੱਖ ਜਾਂ ਆਨੰਦ ਪ੍ਰਾਪਤ ਹੁੰਦਾ ਰਹਿੰਦਾ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਤੇ ਅੱਗੇ ਪਾਤਸ਼ਾਹ ਲਿਖਦੇ, ਜਦੋਂ ਉਹ ਮਿਲਿਆ ਜਨਮ ਜਨਮ ਕੀ ਸੋਈ ਜਾਗੀ। ਸੁੱਤੇ ਹੋਏ ਨੂੰ ਕੀ ਪਤਾ ਵੀ ਮੈਂ ਲੈਣ ਕੀ ਆਇਆ, ਮੇਰੇ ਆਸੇ ਪਾਸੇ ਅੱਗ ਮੱਚ ਰਹੀ ਹੈ ਕਿ ਮੇਰੇ ਘਰ ਦੇ ਵਿੱਚ ਚੋਰੀ ਹੋ ਰਹੀ ਹੈ। ਸੁੱਤੇ ਪਏ ਨੂੰ ਕੋਈ ਨਹੀਂ ਪਤਾ। ਜਿਹਦੀ ਆਤਮਾ ਜਾਗ ਪਈ ਉਹਨੂੰ ਪਤਾ ਲੱਗਿਆ ਕਿ ਮੇਰਾ ਕੰਮ ਕੀ ਹੈ, ਮੈਂ ਲੈਣ ਕੀ ਆਇਆ ਔਰ ਮੇਰੇ ਆਸੇ ਪਾਸੇ ਕਿੰਨੇ ਠੱਗ ਤੇ ਚੋਰ ਵਸਦੇ ਆ, ਮੈਂ ਇਹਨਾਂ ਤੋਂ ਕਿਵੇਂ ਬਚਣਾ। ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਬਚਣ ਵਾਸਤੇ ਤਰਾਹੇ ਮਾਮ ਕਰਦੇ, ਬਚਾ ਲਓ ਕਰਦੇ ਗੁਰੂ ਦੀ ਸ਼ਰਨ ਵਿੱਚ ਆ ਡਿੱਗੇ। ਕਹੋ ਸਤਿਨਾਮ ਸ੍ਰੀ। ਬਚਾ ਲਓ। ਗੁਰੂ ਸਾਹਿਬ ਨੇ ਫਿਰ ਬਚਾਉਣਾ ਕੀਤਾ, ਕਿਉਂਕਿ ਇਹਦਾ ਸੁਭਾਅ ਹੈ ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਇਹ ਬਿਰਧ ਸੁਆਮੀ ਸੰਦਾ। ਹੁਣ ਬਾਹਰੋਂ ਕਿਹਨੂੰ ਕਿਹਨੂੰ ਖਿੱਚ ਕੇ ਲਿਆਵੇ, ਜਿਹੜੇ ਆਈ ਜਾਣਗੇ ਗਲੇ ਲਾਈ ਜਾਊਗਾ। ਕਹੋ ਸਤਿਨਾਮ ਸ੍ਰੀ। ਤੇ ਆਉਣਗੇ ਉਹ ਜਿਨ੍ਹਾਂ ਦੇ ਪੂਰਬਲੇ ਚੰਗੇ ਭਾਗ ਹੈ। ਬਠਿੰਡਾ ਤਾਂ ਬਹੁਤ ਵੱਡਾ ਨਾ, ਪਰ ਆਪਾਂ ਕਿੰਨੇ ਕੁ ਜੀ ਬੈਠੇ ਆ। ਜਿਨ੍ਹਾਂ ਦੇ ਵੱਡੇ ਭਾਗ ਹੈ ਉਹ ਗੁਰੂ ਚਰਨਾਂ ਵਿੱਚ ਪਹੁੰਚਦੇ ਹੈ। ਇਸੇ ਵਿਸ਼ੇ 'ਤੇ ਗੁਰੂ ਅਰਜਨ ਦੇਵ ਜੀ ਲਿਖਦੇ ਹੈ, ਮਹਾਰਾਜ ਤੂੰ ਬੜੀ ਦਇਆ ਤਰਸ ਮਿਹਰ ਕੀਤੀ, ਤੇਰਾ ਕੀਤਾ ਜਾਤੋ ਨਾਹੀ। ਤੇਰੇ ਕੀਤੇ ਦਾ ਵਾਪਸੀ ਅਸੀਂ ਕਿਵੇਂ ਦਈਏ। ਜੋ ਤੂੰ ਕਰ ਸਕਦਾ ਹੈ ਇਸ ਨੂੰ ਅਸੀਂ ਸਮਝਿਆ ਨਹੀਂ, ਔਰ ਮੈਂ ਤੇਰਾ ਇਸ ਦਾ ਬਦਲਾ ਕਿਵੇਂ ਚੁਕਾਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋ ਹੀ ਮੈਨੂੰ ਮਨੁੱਖਾ ਜਾਮੇ ਦੇ ਕਾਬਲ ਸਮਝਿਆ। ਨਹੀਂ ਤਾਂ ਹਾਂ ਟੇਡੀਆਂ ਜੂਨਾਂ ਸੂਰ ਕੁੱਤੇ ਬਿੱਲੇ ਸਭ ਕੁਝ ਫਿਰਦੇ ਆ, ਆਤਮਾ ਉਹਨਾਂ ਵਿੱਚ ਵੀ ਆਪਣੇ ਵਾਲੀ ਆ। ਉੱਥੋਂ ਕੱਢ ਕੇ ਇਹਨਾਂ ਸਾਰੀਆਂ ਰੂਹਾਂ ਨੂੰ, ਸੰਸਾਰ ਨੂੰ, ਮਨੁੱਖ ਨੂੰ ਇਹ ਜਾਮਾ ਦਿੱਤਾ, ਉੱਥੋਂ ਕੱਢ ਕੇ ਹੀ। ਅਤੇ ਜਦ ਇੱਥੇ ਨਹੀਂ
ਸੁਰਤ ਨੂੰ ਸੰਭਾਲਦਾ ਨਹੀਂ, ਗੁਰੂ ਵਾਲਾ ਬਣਦਾ, ਤੇ ਫਿਰ ਤਪੋ ਰਾਜ, ਤੇ ਰਾਜ ਤੋਂ ਬਾਅਦ ਫਿਰ ਨਰਕ, ਟੇਢੀਆਂ ਜੂਨਾਂ, ਫਿਰ ਚੱਲ ਬਈ ਫਿਰ ਤੂੰ ਉਸੇ ਲਾਇਕ ਹੈ। ਜਿਵੇਂ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਹੋਰਾਂ ਦੇ ਨਾਲ ਗਿਆ ਹੋਇਆ ਕੁੱਤਾ ਕਹਿੰਦਾ, ਓਏ ਤੈਨੂੰ ਕੁੱਤਿਆਂ ਵਿੱਚੋਂ ਕੱਢ ਕੇ ਬੰਦਾ ਬਣਾਇਆ ਸੀ ਰਾਜ ਕਰਨ ਵਾਸਤੇ, ਪਰ ਤੈਨੂੰ ਰਾਜ ਕਰਨਾ ਨਹੀਂ ਆਇਆ, ਆ ਜਾ ਹੁਣ ਤੂੰ ਕੁੱਤਿਆਂ ਵਿੱਚ ਹੀ ਆ ਜਾ, ਸਾਡੇ 'ਚ ਹੀ ਆ ਜਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਭਲਿਓ ਇਹ ਮਨੁੱਖਾ ਜਾਮਾ ਬੜਾ ਕੀਮਤੀ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ। ਗੁਰੂ ਅਰਜਨ ਦੇਵ ਜੀ ਮੰਨਦੇ ਨੇ, ਕਹਿੰਦੇ ਅਸੀਂ ਕੁਛ ਰੱਬ ਨੂੰ ਰਿਸ਼ਵਤ ਨਹੀਂ ਦਿੱਤੀ ਵੀ ਸਾਨੂੰ ਬੰਦਾ ਬਣਾ ਦੇ, ਸਾਨੂੰ ਮਨੁੱਖ ਜੂਨੀ 'ਚ ਪਾ ਦੇ। ਇਹ ਉਹਨੇ ਦਇਆ ਕੀਤੀ ਆ, ਤੁਸੀਂ ਇਹਦੇ ਬਦਲੇ ਦਿੱਤਾ ਨਹੀਂ ਕੁਛ ਉਹਨਾਂ ਨੂੰ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ। ਮੈਂ ਤਾਂ ਔਗੁਣਾਂ ਦਾ ਭਰਿਆ ਸੀ, ਪਤਾ ਨਹੀਂ ਕਿਵੇਂ ਤੈਨੂੰ ਦਇਆ ਆ ਗਈ, ਕਿਹੜਾ ਮੇਰਾ ਚੰਗਾ ਕਰਮ ਫੁੱਟਿਆ ਕਿ ਤੂੰ ਇੱਧਰ ਭੇਜਤਾ ਮੈਨੂੰ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮੇਰਾ ਮਤ ਹੋਈ। ਫਿਰ ਦਇਆ ਕੀਤੀ, ਗੁਰਮੁਖਾਂ ਦੀ ਸੰਗਤ ਸੋਨੂੰ ਬਾਹਰੋਂ ਕਿਸੇ ਨੂੰ ਕਰਾਈ, ਚਾਹੇ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਇਸ ਪਾਸੇ ਲਾਇਆ, ਚਾਹੇ ਕਿਸੇ ਰਿਸ਼ਤੇਦਾਰ ਨੇ ਪ੍ਰੇਰਨਾ ਕੀਤੀ, ਚਾਹੇ ਕੋਈ ਆਂਢੀ ਗੁਆਂਢੀ ਗੁਰਸਿੱਖ ਮਿਲ ਗਿਆ, ਭਾਵ ਕੋਈ ਨਾ ਕੋਈ ਤੁਹਾਨੂੰ ਮਿਲਿਆ ਗੁਰੂ ਘਰ ਭੇਜਣ ਵਾਲਾ। ਕੋਈ ਸਤਨਾਮ, ਸ਼ੁਰੂਆਤ ਉੱਥੋਂ ਹੁੰਦੀ ਆ। ਕਿਸੇ ਨੂੰ ਵੀ ਆਲ ਵਰਲਡ ਦੇ ਵਿੱਚ ਬੰਦਾ ਜਦੋਂ ਸਿੱਧੇ ਪਾਸੇ ਚੱਲਦਾ, ਜ਼ਰੂਰ ਕਿਸੇ ਨਾ ਕਿਸੇ ਦੀ ਪ੍ਰੇਰਨਾ ਹੁੰਦੀ ਹੈ। ਉਹ ਪ੍ਰੇਰਨਾ ਵੀ ਪਰਮੇਸ਼ਰ ਕਰਾਉਂਦਾ ਕਿਸੇ ਨਾ ਕਿਸੇ ਤੋਂ। ਇਹਨੂੰ ਕਹੇ ਗੁਰਦੁਆਰੇ ਵਗ ਜਿਆ ਕਰੇ, ਕਹੋ ਸਤਨਾਮ। ਉਹ ਫਿਰ ਉਹ ਕਹਿੰਦਾ ਤਰਸ ਕਰਕੇ, ਦਇਆ ਕਰਕੇ। ਪ੍ਰੀਤਮ ਜੀ ਕਹਿੰਦੇ, ਤਰਸ ਪਿਆ ਮਿਹਰਾ ਮਤ ਹੋਈ। ਫਿਰ ਇੱਥੇ ਲਿਆਂਦਾ ਆਪਾਂ ਨੂੰ ਸਾਰਿਆਂ ਨੂੰ, ਇਹ ਵੀ ਉਹਦੀ ਮਿਹਰ ਹੋਈ। ਸਾਡੀ ਮੱਤ ਉੱਤੇ, ਸਾਡੀ ਸੁਰਤ ਉੱਤੇ ਉਹਦੀ ਮਿਹਰ ਹੋਈ। ਤਰਸ ਪਿਆ ਮਿਹਰਾ ਮਤ ਹੋਈ, ਤੇ ਫਿਰ ਇੱਥੇ ਲਿਆਂਦਾ ਗੁਰੂ ਕੋਲੇ। ਸਤਿਗੁਰ ਸੱਜਣ ਮਿਲਿਆ, ਹੁਣ ਤੁਸੀਂ ਇੱਥੇ ਪਹੁੰਚ ਗਏ। ਜਿਨ੍ਹਾਂ ਨੇ ਗੁਰੂ ਕੋਲੋਂ ਨਾਮ ਦੀ ਦਾਤ ਲੈ ਲਈ ਆ, ਸਿਮਰਨ ਭਜਨ ਲੈ ਲਿਆ, ਜਿਹੜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਗਏ ਹਨ, ਜਿਨ੍ਹਾਂ ਨੇ ਆਪਣੇ ਨਗੁਰੇਪਣ ਦੀ ਮੈਲ ਲਾਹ ਦਿੱਤੀ ਹੈ, ਵੱਡੇ ਭਾਗਾਂ ਵਾਲੇ ਆ, ਵਧਾਈਆਂ ਉਹਨਾਂ ਨੂੰ। ਜਿਨ੍ਹਾਂ ਨੇ ਹਲੇ ਨਹੀਂ ਲਾਹੀ, ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਆਏ ਕਹੋ, ਤਰਸ ਪਿਆ ਮਿਹਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਹੁਣ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਹੁਣ ਮੈਨੂੰ ਉਹ ਨਾਮ ਵੀ ਦੇ ਦੇ ਜਿਹਦੇ ਨਾਲ ਮੈਂ ਜਨਮਾਂ ਜਨਮਾਂਤਰਾਂ ਤੋਂ ਮੇਰੀ ਸੁੱਕੀ ਹੋਈ ਆਤਮਾ ਹਰੀ ਹੋ ਜਾਵੇ। ਬਸੰਤ ਕੀ ਵਾਰ ਮਹਲ ਪੰਜਵਾ, ਹਰ ਕਾ ਨਾਮ ਤੇ ਆਇ ਕੈ ਹੋ ਹਰਿਆ ਭਾਈ, ਕਰਮ ਲਖੰਤੇ ਪਾਈ ਹੈ ਇਹ ਰੁੱਤ ਸੁਹਾਈ। ਵਾਨ ਤ੍ਰਿਣ ਤ੍ਰੈ ਭਵਨ ਮੌਲਿਆ, ਅੰਮ੍ਰਿਤ ਫਿਲ ਪਾਈ। ਮਿਲ ਸਾਧੂ, ਉਹਨਾਂ ਨਾਮ ਜਪਣ ਵਾਲੀਆਂ ਰੂਹਾਂ ਨੂੰ ਮਿਲ। ਸਾਧੂ ਸ਼ਬਦ ਨਹੀਂ ਮਾੜਾ, ਪਰ ਕੁਝ ਲੋਕਾਂ ਨੇ ਇਹਨੂੰ ਮਿਸਗਾਈਡ ਕੀਤਾ, ਇਹਨੂੰ ਗਲਤ ਵਰਤੋਂ ਕੀਤੀ। ਇਸ ਕਰਕੇ ਸਾਧੂ ਸ਼ਬਦ ਕਹਿੰਦਿਆਂ ਵੀ ਬੜਾ ਕੁਝ ਸੋਚਣਾ ਤੇ ਸਮਝਣਾ ਪੈਂਦਾ। ਕਹੋ ਸਤਨਾਮ ਸਿੰਘ। ਕੌਣ ਹੈ ਸਾਧੂ? ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਦੀ ਸੰਗਤ ਕਿਤੇ ਮਿਲ ਜੇ ਜਿਹੜੇ ਰੱਬ ਨਾਲ ਇੱਕਮਿਕ ਹੋ ਚੁੱਕੇ ਆ। ਮਿਲ ਸਾਧੂ ਸੁਖ ਉਪਜਿਆ, ਲੱਥੀ ਸਭ ਛਾਈ। ਆ ਨਗੁਰੇਪਣ ਦੀ ਮੈਲ ਲੈ ਜੂਗੀ। ਜਿਵੇਂ ਬਸੰਤ ਵਿੱਚ ਮੀਂਹ ਪੈਂਦਿਆਂ ਦਰਖਤ ਰੇਤਾ ਲੈ ਜਾਂਦਾ, ਦੁਬਾਰੇ ਪੱਤੇ ਨਵੇਂ ਨਿਕਲੇ ਆਉਂਦੇ ਆ। ਕਹੋ ਸਤਨਾਮ। ਬੰਦੇ ਵਿੱਚ ਬਾਣੀ ਪੜ੍ਹਿਆ ਨਵੇਂ ਗੁਣ ਆਉਣਗੇ। ਬਿਨ ਗੁਣ ਕੀਤੇ ਭਗਤ ਨਾ ਹੋਏ, ਰੱਬ ਗੁਣ ਬਖਸ਼ੂਗਾ, ਫਿਰ ਇਹਦੇ ਅੰਦਰੋਂ ਭਗਤੀ ਪੈਦਾ ਹੋਊ, ਫਿਰ ਇਹ ਭਗਤੀ ਕਰੂਗਾ, ਫਿਰ ਪਰਮੇਸ਼ਰ 'ਚ ਮਿਲੂਗਾ। ਕਹੋ ਸਤਨਾਮ। ਇਹ ਕੰਮ ਗੁਰੂ ਨੇ ਕਰਨਾ। ਗੁਰੂ ਨੂੰ ਬੇਨਤੀ ਆਪਾਂ ਕਰਨੀ ਆ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਵਨੀ ਭਗਤ ਹੋਏ, ਭਾਵਨਾ ਕਰਕੇ, ਦਿਲੋਂ ਪਿਆਰ ਕਰਕੇ। ਕੌਡੀ ਅਗਰ ਭਾਗ ਰੱਖੈ, 1 ਪੈਸਾ। ਪਹਿਲਾਂ ਕੌਡੀਆਂ ਨਾਲ ਹਿਸਾਬ ਕਿਤਾਬ ਹੁੰਦਾ ਸੀ। ਕਹੋ ਸਤਨਾਮ। ਫਿਰ ਚਲੋ ਪੈਸੇ ਸਿਲਵਰ ਦੇ ਬਣ ਗਏ, ਤਾਂਬੇ ਦੇ ਬਣ ਗਏ, ਹੁਣ ਨੋਟ ਬਣ ਗਏ, ਸੋਨੇ ਚਾਂਦੀ ਦੀਆਂ ਧਾਤਾਂ ਦੇ ਬਣ ਗਏ। ਤਾਂ ਪਹਿਲਾਂ ਕੌਡੀਆਂ ਹੁੰਦੀਆਂ ਸੀ, ਲਗਭਗ ਪਰਮੇਸ਼ਰ ਦੀਆਂ ਬਣਾਈਆਂ ਕੌਡੀਆਂ। ਉਹਨਾਂ ਕੌਡੀਆਂ ਨਾਲ ਹੀ ਹਿਸਾਬ ਕਿਤਾਬ ਕਰਦੇ। ਤੂੰ 10 ਕੌਡੀਆਂ ਦੇ ਦੇ ਮੈਨੂੰ, ਆਹ ਲੈ ਲਾ, ਤੂੰ 10 ਲੈ ਲਾ, ਤੂੰ 20 ਲੈ ਲਾ। ਇੱਦਾਂ ਭਾਵਨਾ ਵਿੱਚ ਆ ਕੇ ਕੋਈ 1 ਪੈਸਾ ਵੀ ਗੁਰੂ ਚਰਨਾਂ ਵਿੱਚ ਰੱਖ ਦੇਵੇ ਤਾਂ ਗੁਰੂ ਉਸ 'ਤੇ ਕਿੰਨੀ ਕਿਰਪਾ ਕਰਦਾ ਹੈ। ਭਾਵਨੀ ਭਗਤ ਹੋਏ, ਕੌਡੀ ਅਗਰ ਭਾਗ ਰੱਖੈ, ਸਤਿਗੁਰੂ ਤਾਹੇ ਸਰਬ ਨਿਧਾਨ ਦਾਨ ਦੇਤ ਹੈ। ਇਹ ਪੈਸੇ ਪੂਸੇ ਨਹੀਂ ਵੇਖਦਾ, ਇਹ ਤਾਂ ਤੁਹਾਡੀ ਇੱਕ ਭੇਟਾ ਹੈ, ਇਹਦਾ ਮੁੱਲ ਕੋਈ ਨਹੀਂ ਹੈ। ਇਹ ਤਾਂ ਤੁਹਾਡੀ ਅੰਦਰਲੀ ਭਾਵਨਾ ਵੇਖਦਾ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਇਨ ਹੀ ਪ੍ਰਭ ਪਾਇਓ।
इस करके सिखा ये सब कुछ उसका है। जियो पिंड सब तिसका सब सै दे आधार, नानक गुरमुख सेवीऐ आओ। सारे गुरु वाले बन के गुरमुख बन के उन्होंने याद करिए सिमरिए किनू? सदा सदा दातार, जिहड़ा दाता है, दाता देण वाला सब नू। हाँ बलिहारी तिन को, ते गुरु उन्हां ते बड़ा खुश हुंदा है। वैसे असी बहुत कुछ मंगते हैं, सतगुरु दिंदा भी है। आनंद साहब दे विच लिख दिता, साचे साहिबा क्या नाही घर तेरे, घर तो तेरे सब कुछ है जिस देह सो पावे। तो इत्थे एक श्रोमणी वस्तु है, वो विरले विरले लैके जाते हैं, वो है परमेश्वर का नाम। कहो सतनाम सी, परमेश्वर का सिमरन वो कोई मंगता ही नहीं गा। तो जेड़े इत्थे आके दुध मंगते आ, दुध दे दिंदा, पुत मंगते आ, पुत दे दिंदा, संसारी वस्तुआं दे दिंदा। कोई कहना मेरी नौकरी लग जे, कोई कहना मेरा वीजा लग जे, सब कुछ दे ही जांदा, लै जा। ये समान तो वाधू ही आ, दे ही जांदा, पर नाम कोई बिरला मंगदा। तो जेड़े आके नाम मंगते हैं ना, उन्हां ते गुरु बड़ा खुश हुंदा। कहो सतनाम श्री। अगली पंक्ति पढ़ो। हाँ बलिहारी तिन को, जिन ध्याया हर निरंकार। मैं बलिहारे जावां उन्हां तो जिन्हां ने निरंकार नूं सिमरिया। क्योंकि मनुखा जन्म का मेन मकसद ही यह है, जिन्हां ने ये काम पूरा कर लिया। मैं उन्हां तो बलिहारे जांदा हाँ, तां ते आओ गुरु वाले बन के गुरमुख बन के उन्होंने सिमरना करिए। नानक गुरमुख सेवीऐ सदा सदा दातार, हों बलिहारी तिन को, जिन ध्याया हर निरंकार। गुरु अमरदास महाराज जी कहने मैं बलिहारे जावां उन्हां तो जिहड़े परमेश्वर कोलों परमेश्वर का नाम मंगते हैं, गुरु कोलों गुरु का नाम मंगते हैं, वो वड्डे भागां वाले है। बाकी तो वस्तुएं इहदे मगर ही आ जानियां। रिद्ध सिद्ध नावै की दासी। जिस तरह एक राजा एक बार जंगल दे विच भटक गया, तो उन्होंने रस्ता नहीं सी लभदा, प्यास भी बड़ी लगी उसनूं। भटकदियां जंगल दे विच उसनूं लकड़हारे मिल गए, लकड़ां वड्ढण वाले 4 बंदे, और उन्होंने उन्होंने जल पानी भी छकाया राजे नूं। ते फिर उसनूं रस्ता दस के जंगल चों बाहर भी कढ़िया। फिर वो राजा उन्हां दा धन्नवाद करदा होया कहन लग्या, ऐ करियो मैं राजा फलाने देश दा, ते तुसी ना मेरे राज विच आयो, मैं तुहानूं इनाम देऊँगा, तुसी मेरी जान बचाई आ। कोई सतनाम श्री। मैं तुहाडा धन्नवाद करूँगा, बहुत वधिया, ते तुसी जरूर आयो, आ निशानी रख लो मेरी, ये पहरेदारां नूं विखा दिओ, नहीं तो अंदर नहीं जाण देना उन्होंने। तो निशानियां लै करके गुरु प्यारे हो पहरेदार, जिवें गुरु सानू नाम का पास दिंदा है, ये नाम का पास होवे ते धर्म हथ बन कहना जाओ जी तुसीं तां गुरु नानक दे हो, कोई सतनाम निरंकार दे हो, जाओ जाओ। धर्म राय ऐसे चवै कि तो भवन पनीत। धन धन राजा जनक है जिन सिमरन कीओ विवेक, एक घड़ी के सिमरने पापी तरे अनेक। इस करके धर्मराज भी करूगा सेवा रब दे प्यारिਆਂ ਦੀ। कहो सतनाम सी। तो फिर की होया, कहते समा पा के वो चारे बंदे जो समा लगे तो पहुँच गए राजे के दरबार च। तो पहरेदारां नूं निशानी विखाई राजे की, कोई पास देता, कोई मोहर देती, कोई अपनी अंगूठी ला के देती हथ विचों भी आ विखा दिओ। तो इस तरह वो निशानी विखा के अंदर लंघ गए। राजे ने कहा आओ आओ बैठो, तो बैठ गए कोल। बैठण तो बाद राजा वजीरां नूं पुछदा भी जे कोई बंदा किसी की जान बचावे तो उन्होंने की देना चाहिए। वजीर कहते जान का तो कोई मुल ही नहीं महाराज, फिर जे कोई तुहाडी जान बचाउंदा है तो फिर उसनूं जो मंगदा वो दे देना चाहिए। कहो सतनाम सी। तो राजा कहना भी मंगो, तो उन्हां चों एक बंदा कहन लगे महाराज साडे घरे गरीबी बड़ी है। तो राजे ने उसनूं माया दे गफ्फे दे दिते। दूजा कहना जी साडा घर है नहीं गा, साडे घरे कदे गेड़ा मार दिओ, अपना घर है नहीं। तो राजा कहन लगे इनू फलानी कोठी दे दिओ, महल दे दिओ, उन्होंने महल दे दिता, घर दे दिता। तीजे बंदे नूं पुछया भी तैनूं की चाहिए, कहना जी साडे पिंड दीयां गलियां गुलियां बड़ियां खराब है, साडे बार वालियां ते ओह ठीक करा दिओ। कहन लगे कोई नहीं।
ड्यूटी लाती भी किसी वजीर की, जाओ भी देखो ये घर की गली सैट करा दो। चौथे कोले कुछ भी नहीं सीगा। वो हुण की कुछ मंगे तो वह कहन लगे महाराज बस घरे चरण पा दिओ कदे, कहो सतनाम श्री। राजा कहन लगे ठीक है भाई तेरे घरे चरण पाए आवांगे। बाकियां नूं समान देता। हुण राजे ने जाना उस दे घरे ते वजीरां दी ड्यूटी लाई भी ये घर का पता करो कित्थे है ते इंतजाम करो आपां इहदे घर जाना है। हुण इत्थे कोई वड्डा मंत्री आउंदा ते पहलां ही उन्हां दे छोटे MC MLA सड़कां साफ करन लग जांदे आ, कोई सतनाम सी, क्योंकि डर भी लगदा अगला झिड़कूगा। इस करके वजीरां नूं दस्सिया ते वजीरां ने पता किया उहदे घर दा गां झौंपड़ी बनी हुई सी। राजा झौंपड़ी 'च बैठूगा जरा तां काम खराब ही आ। पहलां उहदा घर तैयार किया सुंदर, फिर उहदियां गलियां भी सैट कराईयां ते फिर उहदे घरे सारा राजे दे बैठण दा इंतजाम किया। फिर सारा इंतजाम करन तो बाद राजा उस दे घर गया ते राजा जिथे चलिया गया उत्थे लहरां बहरां हो गईयां। फिर सारा कुछ ही उस दे घर आ गया। पर फिर भी राजे ने जाते हुए पूछया भी होर कुछ चाहिदा? कहंदे बस नहीं, कदे कदे चरण पा जाया करो महाराज, तुहाडी इन्नी किरपा बहुत है। इस करके जे गुरु कोलों गुरु नूं मंग लईए भी तू ही आ जा तो फिर समान तो मगर मगर आप ही आऊगा। कहो सतनाम श्री। तैनूं मंग लईए बस, सानूं होर कुछ नहीं चाहिदा। फिर रिद्ध सिद्ध नावै की दासी, नाम दियाँ दासियां सतगुर दे चरनां विच खड़ियां रहिंदियां। इत्थे आके गुरु नूं मंगे तो सही, गुरु दे जाण तो पहलां ये दासियां जांदियां रिद्धियां सिद्धियां उहदे घर दे विच लहरां बहरां करन वास्ते। जे बंदा वो रिद्धियां सिद्धियां लैके भुल जावे तो रब कहना चल ठीक आ, इहदा काम सर गया। पर फिर भी जे उन्हां विच नहीं परचदा, जिवें छोटा बच्चा जद भुख लगदी आ वो माँ माँ करदा है ते सारे जवाक आंढी गवांढी मिस्तर प्यारे छोटे बच्चे वड्डे बच्चे उन्होंने बुलाउंदे आ खेडां दे के। जे तो वह खेडां लैके फिर गया फिर तो मां नहीं आउंदी उहदे कोल, वो काम करी जांदी अपना आसे पासे। पर जे वो नहीं फिरदा, मां मां करी जांदा, उन्होंने भुख लगी है मां दे दुध दी, फिर वो नहीं चुप करदा, फिर अखीर मां नूं पहुंचना पैंदा। ऐसा ही परमेश्वर दा ते गुरु दा सुभाअ है। सानू परमेश्वर ने खेडां देतियां निक्कियां निक्कियां, जिहो जे बंदे आ उहो जिहियां खेडां देतियां, जिहो जे अपना भंड है उहो जिहियां खेडां देतियां। मोबाइल देते, मोबाइल ऐसे हत्थ च आए कि रब नूं भुल ही गए। कहो सतनाम। होर अनेकां तरह दीयां सुख सहूलतां फड़ातियां सानू, परमेश्वर नूं भुल गए। ਜਿਹੜੇ ਉਹਨਾਂ ਰਿੱਧੀਆਂ ਸਿੱਧੀਆਂ ਨੂੰ ਲੈ ਕੇ ਵੀ ਰੱਬ ਨੂੰ ਭੁਲਾਉਂਦੇ ਨਹੀਂ, ਰੱਬ ਜ਼ਰੂਰ ਉਹਨਾਂ ਨੂੰ ਮਿਲਦਾ, ਗੁਰੂ ਮਿਲਦਾ, ਉਹਨਾਂ 'ਤੇ ਕਿਰਪਾ ਕਰਦਾ ਹੈ। ਜਿਹੜੇ ਕਹਿੰਦੇ ਆ ਮਹਾਰਾਜ ਮੈਨੂੰ ਇਹਨਾਂ ਵਿੱਚ ਨਾ ਪਰਚਾਓ, ਮੈਨੂੰ ਤੂੰ ਚਾਹੀਦਾ। ਕਹੋ ਸਤਨਾਮ ਸਿੰਘ। ਸਤਿਗੁਰੂ ਵੇਖਦਾ ਉਹਨਾਂ ਨੂੰ, ਪਰਖਦਾ ਹੈ ਰਿੱਧੀਆਂ ਸਿੱਧੀਆਂ ਭੇਜ ਕੇ। ਪਰ ਜੇ ਕੋਈ ਕਹਿੰਦਾ ਨਹੀਂ ਮੈਨੂੰ ਤੂੰ ਚਾਹੀਦਾ, ਨਾਮ ਚਾਹੀਦਾ, ਫਿਰ ਉਹ ਵੀ ਮਿਲ ਜਾਂਦਾ ਹੈ। ਇਸ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਹੱਡ ਬੀਤੀ ਆ। ਪਹਿਲਾਂ ਉਹਨਾਂ ਨੇ 60-65 ਸਾਲ ਗੰਗਾ ਦੀ ਯਾਤਰਾ ਵੀ ਕੀਤੀ ਆ। ਪਰ ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤਾਂ ਫਿਰ ਪਤਾ ਲੱਗਿਆ ਬਈ ਸਿੱਖੀ ਜਾਂ ਧਰਮ ਕੀ ਚੀਜ਼ ਹੈ। ਕਹੋ ਸਤਨਾਮ ਸ੍ਰੀ। ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ। ਫਿਰ ਪਤਾ ਲੱਗਿਆ ਜਦੋਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਉਹਨਾਂ ਨੇ, ਜਾਂ ਗੁਰੂ ਅੰਗਦ ਦੇਵ ਜੀ ਦੀ ਜੀਵਨੀ ਸੁਣੀ ਬਈ ਉਹਨਾਂ ਨੇ ਕਿਵੇਂ ਗੁਰੂ ਨਾਨਕ ਦੀ ਸੇਵਾ ਕੀਤੀ। ਕਹੋ ਸਤਨਾਮ ਸ੍ਰੀ। फिर पता लग्या तो फिर उन्होंने अपनी हड्ड बीती गुरबाणी विच भी विच लिख दिती आ। इत्थे लिखते हैं जिन्हां ने परमेश्वर नूं सिमरिया मैं उन्हां तो बलिहारे जाना, सही प्यारिया मेल जिन्हां मिलिया तेरा नाम चित्ते आवे। असी भी मंगीए, वो भी मंगते आ, अरदास विच रोज़ मंगते आ। प्रीतम जी कहने हौ बलिहारी तिन को जिन ध्याया हर निरंकार, ਉਹਨਾਂ ਕੇ ਮੁਖ ਸਦ ਉਜਲੇ। ਉਹਨਾਂ ਦੇ ਮੁਖ ਇੱਥੇ ਵੀ ਉਜਲੇ, ਇੱਜ਼ਤ ਨਾਲ ਤੁਰਦੇ ਹੈ, ਚਿਹਰਾ ਸਿੱਧਾ ਕਰਕੇ ਤੁਰਦੇ ਹੈ, ਉਜਲੇ ਸਾਫ਼, ਜਿਹੜੇ ਅੰਦਰੋਂ ਸੱਚੇ ਬਾਹਰੋਂ ਸੱਚੇ ਹੈ। ਕੋਈ ਉਹਨਾਂ ਦੀ ਧੌਣ ਨੂੰ ਝੁਕਾ ਨਹੀਂ ਸਕਦਾ ਗਾ, ਭਾਵ ਉਹਨਾਂ ਨੂੰ ਕੋਈ ਨੀਵੀਂ ਨਹੀਂ ਪਵਾ ਸਕਦਾ। ਉਹ ਆਪਣੇ ਮਕਸਦ ਤੇ ਸੱਚ ਦੇ ਨਾਲ ਖੜ੍ਹਦੇ ਆ। ਜਿਸ ਤਰ੍ਹਾਂ ਗੁਰੂ ਪਿਆਰਿਓ 84 ਦੇ ਵਿੱਚ संत जरनैल सिंह ਅਤੇ ਉਹਨਾਂ ਦੇ ਸਾਥੀਆਂ ਨੇ ਵੱਜਦੇ ਬਾਜੇ ਗੁਰੂ ਪਿਆਰਿਓ
जंग के मैदान में धर्म नूं बचाउण दे वास्ते, धर्म नूं कायम रखण वास्ते, गुरु घर की रक्षा करने वास्ते जिन्हां ने अपनियां शहीदियां तक दित्तियां, ते अज उन्हां नूं सारी दुनिया याद करदी है। जिन्हां ने परमेश्वर नूं सिमरिया, भावें कि उस मौके दीयां सरकारां ने उन्हां नूं लालच बड़े दित्ते माया दे, पर वो कहंदे नहीं, असीं अपने मालक तो बाहर नहीं जाना, इत्थों तक कि तुहाडे खजाने विच बेअंत पैसा पा देंगे, खातियां विच तुहानूं बाहर सैट कर देंगे, तुसीं किरपा करके इत्थों चले जाओ। मकसद बई किते संसार उलट के इन्हां नूं राज तख्त ते ना बिठा देवे, ते ऐसे तख्त नूं छड्ड के रब दे प्यारे उन्हां तख्तां ते नहीं जांदे। कोई सतनाम श्री हाँ सच ते पहरा दिंदे आ। इस करके जिहड़े परमेश्वर नूं सिमरदे ने उन्हां नूं रहिंदी दुनिया तक याद किया जाता है, उन्हां दे मुख उजले हुंदे है, ते जिहड़े झूठ नाल जुड़दे ने वो फिर मूँह काले हो जाते हैं, उन्हां दे वो दुनिया नूं मूँह दिखाउण जोगे नहीं रहिंदे। जिस तरह औरंगजेब नूं जद जफरनामा भेज के दसिया बई तेरे राज विच आ कुछ होया ते तू सुत्ता पिया, तैनूं राज भाग दिता सीगा, तेरे राज विच छोटे छोटे बच्चों का कतलेआम होया, जनता का कतलेआम होया, तेरे वजीरां मंत्रियों ने की कुछ किया, इहदा फल तैनूं भोगना पैना। तू अपने आप नूं धर्मी समझदा, तू धर्मी नहीं हैगा। वो जफरनामा सुन के खुद कहंदा है शर्माउंदा होया कि कोई मेरी कबर ते दरख्त ना लायो, मैनूं कुदरत दा जिहड़ा है सुख लैण दा जिहड़ा है हक नहीं है, क्योंकि मैं सृष्टि नूं सुख नहीं दे सके। राजा बनाया पर राजा बन तो बाद मैनूं राज नहीं करना आया। ते अज भी औरंगाबाद दे विच उस दी कबर ते ना कोई झाड़ू मारदा, ना कोई दीवा जगाउंदा, ना कोई दरख्त लाया उत्थे। कोई सतनाम श्री खैर मनोबिरतियां उत्थे रखीए। जिहड़े परमेश्वर नूं सिमरदे ने वो वजदे बाजे हाँ गुसाई दा पहलवानड़ा, जिहड़े इन्हां पंजां विकारां नूं जित लैंदे ने वो भी एक पहलवान है। मन जीते जग जीत वड्डा सूरमा, सौ सूरा वरियाम जिन बिचों दुष्ट अहंकार न मारिया। वो वड्डा योधा है जिन्हें अपने अंदरों हंकार नूं मार लिया। तो इस तरह पंज विकार जिहड़े हन ये भी साडे अंदर वड्डे दुश्मन है। प्रीतम जी कहंदे हाँ गुसाई दा पहलवानड़ा, मैं गुरमिल उच्च दुमालड़ा, ये दस्तार ये ताज मैनू गुरु ने बख्शिश किया। दुमाला निहंग सिंह दुमाला कहंदे हैं। तो ये दुमाला जिहड़ा दिता मैनू, ताज जिहड़ा दिता ये गुरु ने दिता। मैं गुरमिल उच्च दुमालड़ा, सब होई छिंज इकट्ठिया, दयो बैठा वेखै वा आप जीओ। छिंज जदों घोल हुंदे सीगे, छिंज पैंदी सी उहनूं कहना, ते उत्थे विच घोल घुलदे सी लोक, ते संसार जिहड़ा देखदा आसे पासे गोल चक्कर बन के, ते गुरु दा प्यारा भी इस संसार दे अखाड़े विच उतरिया। ते काल ने बराबर पंज वैरी लाते घोलन वास्ते। हुण देखदे आ किहड़ा जितदा। कहो सतनाम श्री काम क्रोध लोभ मोह हंकार पंज दुश्मन काल दे, ते एक पुत्र परमेश्वर दा। इन्हां दोहां दा जंग हो रिहा। आपां सारे परमेश्वर दे पुत्र हां, गुरु गोबिंद सिंह दे पुत्र हां, ते काल ने सानू अपने मित्रां दे नाल अपने बंदियां नाल युद्ध कराता। ते फिर जिन्हां ने गुरु तो थापड़ा ले लिया, हाँ गुसाई दा पहलवानड़ा, मैं गुरमिल उच्च दुमालड़ा, सब होई छिंज इकट्ठिया, दयो बैठा वेखै आप जीओ। वात वजन टमक भेरियां, मल लथे घूमदे ना अखाड़े विच पहलवान, फिर तैयार होके घुलनू मल लथे लैंदे फेरियां, निहत्ते पंज जवान मैं गुरथापी दित्ती कंड जीओ। जदों गुरु ने मैनू थापड़ा दिता मैं इन्हां पंजां नूं जित लिया। कोई सतनाम। फिर जिहड़ा पहलवान जित जांदा वो हथ उच्चा करके फिर चक्कर लाउंदा, सारियां दा धन्नवाद भी करदा है ते जित दी खुशी भी ज़ाहिर करदा। कोई सतनाम श्री। इसे तरह ही उन्हां दे मुख उजले जिन्हां ने इत्थे आके अपना काम कर लिया, नाम जप लिया, सिमरन कर लिया, वो वजदे वाजे परमेश्वर दे घर जांदे हन। उन्हां के मुख सद उजले, उन्हां नूं सब जगत करे नमस्कार। महला तीजा। अगे फिर सतगुरु पातशाह जी कहते सिखो जे तुसी भी गुरु वाले बन जाओ ना तुहाडी भी जिंदगी बदल जूगी। महला तीजा।
सतगुर मिलिया उल्टी भई, बदल गई। उल्ट जाना बदल जाना। गुरु अमरदास जी जिन्होंने किसी वेले एक ब्रह्मचारी ने कहता सी अमरदास तेरा गुरु कौन है, तो अमरदास जी कहते आपां नूं गुरु की की लोड़ आ, आपां तां गंगा दे यात्री हाँ। बहुत सारे गंगा दे यात्रियों का यह भरम है कि शायद गंगा विच नहा के मुक्ति हो जू, पर कबीर साहब जी कहते गंगा तीर जो घर करे पीवै निर्मल नीर, बिन हर भगत न मुक्त होए एओ कह रमे कबीर। बहुत सारे लोगों का यह ख्याल है भी गंगा टुब्बी लाओ पिछले पाप लै जाणगे, नहावन चले तीर्थी मन खोटे तन चोर, पर अंदरों कन्वर्ट नहीं होना, अंदरों बदलना नहीं, उन्हां दी किवें मुक्ति हो सकती है। साइंटिफिक गल्लां बाणी दियां, कोई इहनूं कट नहीं सकता। नहावन चले तीर्थी मन खोटे तन चोर, एक पौ लथी नहाते आ दो पौ चढ़ी अस होर। एक डर खत्म हो गया भी मैं नहाया, मैं तीर्थां ते जा आया, मैं मत्था टेक के आया, मेरे पाप लै गए, दोबारे फिर शुरू करते कमाने। कहो सतनाम श्री। सज्जन ठग नूं बाबा नानक मिलिया, तो जदों सज्जन ठग नूं बाबे नानक ने समझाया, वो कहना जी मैनू बख्श लो। कहने बख्शिया जावेगा पर गाहां तो तौबा कर बई मैं अज तो बाद इदां दे कर्म नहीं करांगा जिहड़े अज तक मैं हज़ारां बंदे मार मार के खूह विच खपा दिते। कहो सतनाम। उन्हें तौबा की तां जाके अगों बख्शिया गया। आपां भी जे सानू ज्ञान हो गया तो आपां नू भी तौबा कर देनी चाहिए माड़े कमां तो मेरे प्रीतम जी कहते सिखो, तो जदों गुरु अमरदास जी नू उस ब्रह्मचारी ने यह कहता कि अमरदास तेरा गुरु कौन है, कहते गुरु की आपां नू लोड़ नहीं, आपां तां गंगा दे यात्री हाँ। तो उस वेले गुरु प्यारिओ फिर की होया, वो ब्रह्मचारी एकदम अद्धी रात नू उठ के चलिया गया। उन्हों का मित्र सीगा, गंगा का यात्री से, उन्होंने नाल आया सीगा, उन्हों के घरे रात कटनी सी उन्हें, पर अद्धी रात नू जोड़े पा के तुर गया। तो अमरदास जी नू फिर किन्ना सट वजी दिल ते भी मेरा एक मित्र इस तरह छड़ के तुर गया मैनू। ਇਹਦਾ मतलब गुरु वाले बनना बहुत जरूरी है। सारी रात नींद नहीं आई तो तड़के नूं गुरु की दस पै गई तो गुरु कोले पहुँच गए। फिर गुरु कोलों जो बख्शिशां प्राप्त होईयां उन्हां दे इन्हां शब्दां विचों सानूं झलकदियां दिसदियां समझ आउंदियां। कहंदे सतगुर मिलिया उल्टी भई नवनिध खर्चिओ खाओ। जिद्दे तुसीं भी गुरु वाले बनोगे सोनू भी उद्दां ही पता लगूगा। हुण मैं तुहानूं किवें दस्सां कि गुड़ किहो जिहा हुंदा है। कहो कबीर गूंगे गुड़ खाया पूछे तो क्या कही है। जिन्हें कदे खाधा ही नहीं चलो उन्होंने दस भी दिन्ने आ भी मिठा हुंदा है। फिर उसका अगला सवाल होगा मिठा किहो जिहा मिठा। फिर हुण की कही उन्होंने यही कहना पऊ भी खा के देख। हुण सानू की पता है मिठे का कोई मेरे को शब्द नहीं हैगा। कोई सतनाम श्री मिठे का कोई शब्द नहीं हैगा साडे कोल। तुसीं आप खा के देखो। तुसीं भी जिद्दे गुरु अमरदास जी कहते गुरु वाले बनोगे ना तुहाडे विच एक बदलाव आऊगा। तुसीं उल्ट जाओगे कन्वर्ट हो जाऊगा। तुहाडी जिंदगी बदल जूगी और बदलदी आ गुरु अमरदास जी की बदली आ तां लिखिया उन्होंने। बहुत सारियां दी बदल रही है। अज मीडिया युग है घरे बैठिया नूं पता लग रहा है। एक ब्राह्मणा की लड़की जिहड़ी निहंग सिंघां दा गुरु प्यारो सिस्टम देख के ते गुरसिੱਖੀ की रिसर्च करके गुरबाणी नूं जान के निहंग सिंह बन गई। कहो सतनाम सिंह। और घोड़सवारी शास्त्र विद्या सीखनी शुरू करती। भाव जिमें जिमें किसी नूं समझ आई जाती है परमेश्वर कृपा करके उसकी जिंदगी बदलते जाते आ। जदों गुरु कृपा करता है सतगुर मिले है उल्टी भई नवनिध खर्चिओ खाओ। ध्यान दिओ जिस वेले गुरु मिलूगा तुसी बदल जाओगे। तुहाडी जिंदगी बदल जाऊगी। बहुतियां दी बदली। भाई दया सिंह जिस वेले दया राम के रूप च आउंदा मेरे प्रीतम दे कोल ते पातशाह ने कदे तलवार चक्की है ना ना महाराज। या तो हमारी खतरी हम तो तोलन जाने तकड़ी नंगी कर्द न कबू उठाए। अस तो चाकू चक्कन लगे भी डरते हैं भी किते बज न जाए। नंगी कर्द न कबू उठाए चिड़ी उड़े तो हम डर जाए। कहते फिर थानू ही तलवार फड़ाउणी है। इन गरीबों को द्यो इन गरीबन को द्यो पातशाही याद रखे हमरी गुरियाई। 1.25 लाख से एक लड़ाऊं
ਤੁਹਾਡੇ ਕੋਲੋਂ 1.25 ਲੱਖ ਦੁਸ਼ਮਣਾਂ ਦਾ ਖਾਤਮਾ ਕਰਾਊਂਗਾ। ਕੋਈ ਸਤਨਾਮ। ਤੁਸੀਂ ਤਲਵਾਰ ਚਲਾਓਗੇ ਜਿਹੜੇ ਕਹਿੰਦੇ ਕਰਦ ਨਹੀਂ ਚੱਕਦੇ। ਫਿਰ ਉਹ ਦਇਆ ਸਿੰਘ ਹੋਰੀ 5 ਪਿਆਰਿਆਂ 'ਤੇ ਤਾਂ ਬਹੁਤ ਜ਼ਿਆਦਾ ਕਿਰਪਾ ਹੋਈ, ਸਚਿਆਰਿਆਂ 'ਤੇ ਵੀ ਕਿਰਪਾ ਹੋਈ। ਅਤੇ ਫਿਰ ਸਿੰਘਾਂ ਵਿੱਚ ਜਿਹੜੀ ਪਾਵਰ ਭਰੀ, ਵਾਕਿਆ ਹੀ 1.25 ਲੱਖ ਨਾਲ ਜੂਝ ਗਏ। ਉਹ ਪਾਵਰ ਕਿੱਥੋਂ ਆਈ? ਗੁਰੂ ਨੇ ਕਿਰਪਾ ਕਰਕੇ ਕਨਵਰਟ ਕਰਤੀ ਜ਼ਿੰਦਗੀ ਉਹਨਾਂ ਦੀ। ਕੋਈ ਸਤਨਾਮ। ਹੱਥ ਕੰਗਣ ਨੂੰ ਆਰਸੀ ਕੀ ਕੰਗਣ ਕਿਹੋ ਜਿਹਾ ਹੁੰਦਾ ਦਿਸੀ ਜਾਂਦਾ ਹੈ। ਇਹ ਕੰਗਣ ਹੈ, ਜੇ ਕੋਈ ਇਹਦੀ ਹੁਣ ਵਿਆਖਿਆ ਕਰੇ ਇਹ ਕੜਾ ਹੈ, ਦਿਸੀ ਜਾਂਦਾ ਹੈ। ਸਿੱਖੀ ਦਾ ਇਤਿਹਾਸ ਸਾਨੂੰ ਦਿਖਾਈ ਦੇ ਰਿਹਾ ਹੈ। ਹੁਣ ਉਹਦੇ ਵਾਸਤੇ ਮੈਨੂੰ ਉਦਾਹਰਨਾਂ ਦੇਣ ਦੀ ਬਹੁਤੀ ਲੋੜ ਨਹੀਂ। ਸਿੱਖੀ ਦਾ ਇਤਿਹਾਸ ਸਾਨੂੰ ਦਿਖਾਈ ਦੇ ਰਿਹਾ ਹੈ। ਜਿਸ ਅਹਿਮਦ ਸ਼ਾਹ ਅਬਦਾਲੀ ਨੇ 17 ਵਾਰੀ ਹਿੰਦੁਸਤਾਨ ਲੁੱਟਿਆ ਸੀ, ਹਿੰਦੂਆਂ ਦੀਆਂ ਬਹੂਆਂ ਬੇਟੀਆਂ ਨੂੰ ਲਿਜਾ ਕੇ ਗਜਨੀ ਦੇ ਬਾਜ਼ਾਰਾਂ ਵਿੱਚ 2-2 ਟਕਿਆਂ ਨੂੰ ਵੇਚਦਾ ਸੀਗਾ। ਉਹ ਕਨਵਰਟ ਹੋਏ ਸਿੰਘਾਂ ਨੇ ਉਹਦਾ ਨੱਕ ਭੰਨਿਆ ਸੀ ਅਤੇ ਮੋੜਿਆ ਸੀ ਉਹਦਾ ਨੱਕ, ਅਤੇ ਮੁੜ ਕੇ ਇੱਧਰ ਨੂੰ ਮੂੰਹ ਨਹੀਂ ਸੀ ਕੀਤਾ ਉਸਨੇ ਲੁੱਟਣ ਵਾਸਤੇ। ਕੋ ਸਤਨਾਮ ਸ੍ਰੀ। ਹਰਿਮੰਦਰ ਸਾਹਿਬ ਦੇ ਵਿੱਚ ਇੱਕ ਬੱਚੀ ਨੇ ਆ ਕੇ ਸਪੀਚ ਦਿੱਤੀ ਆ ਪਰਸੋਂ, ਜਦੋਂ ਸਮਾਗਮ ਸੀਗੇ 84 ਵਾਲੇ, ਅਤੇ ਉਹ ਖੁਦ ਕਹਿੰਦੀ ਮੈਂ ਇੱਕ ਹਿੰਦੂਆਂ ਦੀ ਬੱਚੀ ਹਾਂ, ਪਰ ਮੈਨੂੰ ਜਦੋਂ ਇਸ ਇਤਿਹਾਸ ਦਾ, ਇਸ ਸਿੱਖੀ ਦਾ, ਇਸ ਰਿਸਰਚ ਕਰਕੇ ਮੈਨੂੰ ਕੁਝ ਸਿੰਘਾਂ ਨੇ ਮਦਦ ਕੀਤੀ, ਕੁਝ ਮੈਂ ਪੜ੍ਹਿਆ, ਤਾਂ ਮੈਨੂੰ ਪਤਾ ਲੱਗਿਆ ਬਈ ਇਹ ਦੇਸ਼ ਦੇ ਕੋਈ ਅਸਲੀ ਵਾਰਸ ਹੈ ਤੇ ਉਹ ਸਰਦਾਰ ਹੀ ਹੈ, ਕਿਉਂਕਿ ਸਰਦਾਰਾਂ ਨੇ ਸਮੇਂ ਸਮੇਂ 'ਤੇ ਸਭ ਦੀ ਸੰਭਾਲ ਕੀਤੀ ਹੈ। ਅਤੇ ਇਹ ਪਰਮੇਸ਼ਰ ਵੀ ਕਹਿੰਦੇ ਆ, ਖਾਲਸਾ ਪਾਰ ਬ੍ਰਹਮ ਕੀ ਫੌਜ, ਪ੍ਰਗਟਿਓ ਖਾਲਸਾ ਪਰਮੇਸ਼ਰ ਕੀ ਮੌਜ। ਅਤੇ ਦੁਨੀਆ ਕਿਹਦੀ ਆ? ਪਰਮੇਸ਼ਰ ਦੀ। ਅਤੇ ਫੌਜ ਕਿਹਦੀ ਆ? ਪਰਮੇਸ਼ਰ ਦੀ। ਅਤੇ ਫੌਜ ਦੇਸ਼ ਵਾਸਤੇ ਹੁੰਦੀ ਹੈ ਨਾ, ਪਰ ਪਰਮੇਸ਼ਰ ਦੀ ਫੌਜ ਸੰਸਾਰ ਵਾਸਤੇ ਹੈ, ਕਿਉਂਕਿ ਸਾਰਾ ਸੰਸਾਰ ਹੀ ਪਰਮੇਸ਼ਰ ਦਾ ਹੈ। ਕਹੋ ਸਤਨਾਮ ਸ੍ਰੀ। ਉਹਦੀ ਸਪੀਚ ਦੇ ਵਿੱਚੋਂ ਸੱਚ ਝਲਕਦਾ ਹੈ। ਉਹ ਦੱਸਦੀ ਹੈ ਕਿ ਮੈਂ ਆਪਣੇ ਆਪ ਨੂੰ ਇੱਕ ਸਿੱਖ ਹੋਣਾ ਚਾਹੁੰਦੀ ਹਾਂ, ਆਉਣ ਵਾਲੇ ਸਮੇਂ 'ਚ ਮੈਂ ਸਿੱਖੀ ਧਾਰਨ ਕਰੂੰਗੀ। ਇਹ ਵੀ ਗੁਰੂ ਦੀ ਕਿਰਪਾ ਹੈ। ਸਤਿਗੁਰ ਮਿਲਿਆ ਉਲਟੀ ਭਈ, ਨਵਨਿਧ ਖਰਚਿਓ ਖਾਓ। ਸਾਰੀਆਂ ਦਾਤਾਂ ਵੀ ਉਹ ਦੇਊਗਾ ਅਤੇ ਤੈਨੂੰ ਕਨਵਰਟ ਵੀ ਕਰ ਦਊਗਾ। 18 ਸਿੱਧੀ ਪਿੱਛੇ ਲੱਗੀਆਂ ਫਿਰਨ। ਆ ਦਾਤਾਂ ਤਾਂ ਕੁਛ ਵੀ ਨਹੀਂ, ਇਹ ਤਾਂ ਤੇਰੇ ਮਗਰ ਮਗਰ ਫਿਰਨਗੀਆਂ। ਨਿਜ ਘਰ ਵਸੈ ਨਿਜ ਥਾਏ ਹੋਰ। ਪਹਿਲਾਂ ਇੱਥੇ ਸੁੱਖ, ਇੱਥੇ ਸਭ ਕੁਝ ਮਿਲੇਗਾ, ਫਿਰ ਆਪਣੇ ਘਰ ਵਸੇਗਾ ਪਰਮੇਸ਼ਰ ਦੇ ਚਰਨਾਂ ਵਿੱਚ। ਨਿਜ ਘਰ ਵਸੈ ਨਿਜ ਥਾਏ। ਫਿਰ ਇੱਥੇ ਜਿੰਨਾ ਚਿਰ ਰਹੇਗਾ, ਅਨਹਦ ਧੁਨੀ ਸਦ ਵੱਜਦੇ, ਇੱਥੇ ਆਨੰਦ ਮਾਣੇਗਾ ਅਨਹਦ ਵਾਜਿਆਂ ਦਾ। ਪਰ ਇੱਕ ਵਾਰੀ ਗੁਰੂ ਵਾਲਾ ਬਣ ਜਾ, ਇਹ ਤੈਨੂੰ ਬਣਨ ਤੋਂ ਬਾਅਦ ਹੀ ਪਤਾ ਲੱਗੂਗਾ, ਕਿਉਂਕਿ ਇਹਦੇ ਬਾਰੇ ਮੇਰੇ ਕੋਲ ਕੋਈ ਉਦਾਹਰਣ ਨਹੀਂ ਹੈਗੀ। ਕਹੋ ਸਤਨਾਮ ਸ੍ਰੀ। ਹਾਂ, ਇਹ ਦੱਸਤਾ ਗੁਰੂ ਅਮਰਦਾਸ ਜੀ ਨੇ ਵੀ ਗੁਰੂ ਵਾਲੇ ਬਣ ਕੇ ਦੱਸਿਆ ਕਿ ਵਾਕਿਆ ਹੀ ਜਦੋਂ ਮੈਂ ਗੁਰੂ ਵਾਲਾ ਬਣਿਆ ਉਦੋਂ ਬਾਅਦ ਮੇਰੇ 'ਚ ਕਿੰਨਾ ਬਦਲਾਅ ਆ ਗਿਆ। ਕਹੋ ਸਤਨਾਮ ਸ੍ਰੀ। ਕਿੰਨੀਆਂ ਪਾਵਰਾਂ, ਕਿੰਨੀਆਂ ਸ਼ਕਤੀਆਂ ਆ ਗਈਆਂ, ਰਿੱਧੀਆਂ ਸਿੱਧੀਆਂ ਕਿੰਨੀਆਂ ਆ ਗਈਆਂ। ਅਤੇ ਜਦੋਂ ਉਹਨਾਂ ਨੇ ਰਾਮਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਅਤੇ ਫਿਰ ਉਹ ਵੀ ਕਹਿੰਦੇ ਆ ਕਮਾਲ ਹੋ ਗਈ। ਵਾਕਿਆ ਗੁਰੂ ਤੈਨੂੰ ਪਤਾ ਮੈਂ ਕੀ ਸੀਗਾ ਅਤੇ ਅੱਜ ਮੈਨੂੰ ਕੀ ਬਣਾਤਾ, ਇਹ ਵੀ ਤੂੰ ਹੀ ਜਾਣਦਾ। ਦੁਨੀਆ ਨੂੰ ਕੀ ਕਹਾਂ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਭ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਅਤੇ ਮੈਨੂੰ ਕੀੜੇ ਨੂੰ ਥਾਪੜਾ ਦੇ ਕੇ ਆਪ ਦਾ ਰੂਪ ਹੀ ਬਣਾਤਾ, ਨਾਨਕ ਹੀ ਬਣਾਤਾ। ਇਹ ਹੈ, ਇਹ ਚੀਜ਼ ਹੈਗੀ ਆ। ਜਿਨ੍ਹਾਂ ਨੂੰ ਫੀਲ ਕੀਤਾ ਉਹਨਾਂ ਨੂੰ ਪਤਾ ਹੈ। ਮੈਂ ਕਹਿਣਾ ਵੀ ਲੋਹੇ 'ਤੇ ਲਕੀਰ ਹੈ, ਬਾਕੀ ਤਾਂ ਗੁਰੂ ਦੀ ਗੱਲ ਹੈ। ਇਹਨੂੰ ਅਸੀਂ 101% ਸੱਚ ਮੰਨੀਏ। ਕੋਈ ਸਤਨਾਮ। ਬਦਲਾਅ ਆਉਂਦਾ ਜ਼ਿੰਦਗੀ ਵਿੱਚ। ਜਿਹੜੇ ਇਸ ਪਾਸੇ ਚੱਲੇ ਆ ਉਹਨਾਂ 'ਚ ਆਇਆ। ਪ੍ਰੀਤਮ ਜੀ ਕਹਿੰਦੇ ਅਨਹਦ ਧੁਨੀ ਸਦ ਵੱਜਦੇ, ਉਹਨਾਂ ਦੀ ਅੰਦਰ ਅਨਹਦ ਵਾਜੇ ਵੱਜਦੇ ਹੈ। ਕਿਹਨਾਂ ਦੇ? ਉਨਮਨ ਹਰਲੇ ਵਲਾਏ। ਜਿਹੜੇ ਉਨਮਨ ਆਪਣੇ ਬਾਹਰ ਫਿਰਦੇ ਮਨ ਨੂੰ ਮੋੜ ਕੇ ਅੰਦਰਲੇ ਮਨ ਨਾਲ ਜੋੜ ਲੈਂਦੇ ਆ। ਸਾਰੇ ਮਨ ਦੇ 2 ਟੋਟੇ ਹੋ ਗਏ। ਇੱਕ ਮਨ ਅੰਦਰ ਹੈ, ਇੱਕ ਮਨ ਬਾਹਰ ਨਿਕਲ ਗਿਆ। ਜਿਹੜਾ ਬਾਹਰ ਨਿਕਲ ਗਿਆ ਉਹਦੇ ਕਿੰਨੇ ਟੋਟੇ ਹੋ ਗਏ ਮੈਂ ਗਿਣਤੀ ਨਹੀਂ ਕਰ ਸਕਦਾ। ਥੋੜ੍ਹਾ ਜਿਹਾ ਟੋਟਾ ਧੀਆਂ 'ਚ, ਪੁੱਤਰਾਂ 'ਚ, ਘਰ ਵਾਲੀ, ਸੰਪਤੀ 'ਚ, ਕੋਠੀ 'ਚ, ਕਾਰ 'ਚ, ਗੱਡੀ 'ਚ, ਦੋਸਤਾਂ ਮਿੱਤਰਾਂ 'ਚ। ਹਜ਼ਾਰਾਂ ਟੋਟੇ ਸਾਡੇ ਹੋ ਗਏ। ਕਿਸੇ ਨੇ ਗੀਤ ਵੀ ਗਾਤਾ ਵੀ ਇਸ ਮਨ ਦੇ ਬੇਅੰਤ ਟੋਟੇ ਹੋ ਗਏ, ਹਜ਼ਾਰਾਂ ਹੀ ਟੋਟੇ ਹੋ ਗਏ। ਮਹਾਂਪੁਰਸ਼ਾਂ ਨੇ ਵੀ ਕਹਿ ਦਿੱਤਾ ਕਿ ਇਹ ਮਨ ਸਾਡਾ ਜਿਹੜਾ ਬਾਹਰ ਨਿਕਲਿਆ ਹੈ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸ਼ਿਆਹੋ।
खनली धोती उजली ना होवे, उल्टी होवे मत बदलाहो। इस मन नूं साड़ दिओ कोल्हू दी गंदी लीर वांगू। ये मन मत छड्ड दिओ, ये मन मत अपने काम दी नहीं। आ जा तैनूं नवीं गुरमत देवां, नवां मन देवां। तो साडा मन जिहड़ा है दो फाड़ हो गया। जिस तरह दरिया दे विच बड़ी पावर है, जद हड़ आउंदा पानी च कितनी पावर है। अगे जाके वो नहरां विच वंडिया गया तो उसदी पावर घट गई। उस तो नहरां दा पानी अगे गुरु प्यारिओ सूयां दे विच वंडिया गया तो उसदी पावर होर भी घट गई। अगे खालां विच वंडिया गया, उसदी धक्कण दी पावर होर भी घट गई। तो खेत दे क्यारियां भी जाके तो जमा ही हौली हो गया। इस तरह साडा मन जे किते इकट्ठा हो जे, उणमन हो जे, तो फिर तो यह दिल्ली ते लाहौर का तख्त हिला सकता। कहो सतनाम सिंह। और हिलाए आ, ਸਿੰਘਾਂ सूरमिया ने हिलाए आ, पर ये हिलाए सिमरन वालियां ने है। जिथे वो शस्त्र चकते से उत्थे सिमरन भी करते सीगे। ये सिमरन की कला सारी। तो मेरे प्रीतम जी कहते जिन्हां दा मन इकट्ठा हो गया उणमन, उणमन भाव मन एक बन गया, अंदर चलिया गया। जब अपने आपे नाल जुड़ के जपिया वाह गुरु वाह गुरु वाह गुरु वाह गुरु वाह गुरु वाह गुरु वाह गुरु। जदों इस मन नूं असीं इकट्ठा करके करत तपस्या जब हम भयो दवैते एक रूप होए गयो चित न भयो हमरो आवन कह। जदों वो अवस्था बन गई, कहने मेरा आउण नूं जी नहीं सी करदा, पर परमेश्वर भी जानता सीगा भी ये जुड़े मन वाला दुष्ट दमन ही उस औरंगजेब का मुकाबला कर सकता है, होर कोई नहीं कर सकता। जुड़े मन वाले गुरु तेग बहादुर जी ने औरंगजेब का मुकाबला किया। तो सानू उन्हां दी इस कीती नूं याद रखना चाहिए। जिहड़े भुल गए उन्होंने अकिरत कण कहते हैं। भाई गुरदास जी कुत्ते दे मांस तो भी माड़ा कहा उन्होंने लोगों नूं जिहड़े गुरुआं दीयां कीतियां नूं भुल के और गुरुआं दे बनाए इस मार्ग ते पंथ दे उल्ट चलते आ, बेअदबी करते आ। कहो सतनाम। वो अकिरत कण है। गुरबाणी दे विच भाई गुरदास जी ने अपनी वारां च कहा। खैर अगे चलीए। अणहा धुनी सद वजदे उणमन हाले वलाए नानक हर भगत तिना कै मन वसै। ते हरि दी भगती उन्हां दे हिरदे विच वसदी है जिन मस्तक लिखिया धुर पाए। ਵੱਡੇ ਭਾਗਾ ਵਾਲਿਆਂ ਦੇ ਹਿਰਦੇ ਵਿੱਚ ਹਰੀ ਦੀ ਭਗਤੀ ਵਸ ਜਾਂਦੀ ਆ। ਉਹ ਭਗਤੀ ਕਰਦੇ ਨਾ ਤੇ ਫਿਰ ਉਹਨਾਂ ਤੇ ਕਿਰਪਾ ਹੋ ਜਾਂਦੀ ਆ। ਪੌੜੀ ਸ੍ਰੀ ਰਾਗ ਕੀ ਵਾਰ ਦੀ ਆਖਰੀ ਪੌੜੀ, ਪੌੜੀ ਦੇ ਵਿੱਚ ਸਤਿਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਨ, ਕਿਉਂਕਿ ਪੌੜੀਆਂ ਸਾਰੀਆਂ ਰਾਮਦਾਸ ਦੀਆਂ। ਰਾਗ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਲਿਖਿਆ। ਪੌੜੀਆਂ ਚੌਥੇ ਪਾਤਸ਼ਾਹ ਦੀਆਂ, ਸ਼ਲੋਕ ਮਹੱਲੇ ਤੇ ਮਹੱਲੇ ਪਹਿਲੇ ਦੂਜੇ ਤੇ ਤੀਜੇ ਗੁਰੂਆਂ ਦੇ ਆ। ਕੋਈ ਸਤਨਾਮ ਸਿੰਘ। पौड़ी चौथे पातशाह की है। हुण चौथी पातशाह जी अगे लिखते हैं पौड़ी हाँ ढाडी हर प्रभ खसम का हर कै दर आया। ढाडी हुंदा मंगता। एक मंगता तो रो रो के मंगदा। दिल्ली दीयां सड़कां ते बहुत सारे मंगते पे आ, कराही जाते हैं, रोई जाते हैं, क्योंकि पिछे उन्हां दे पिछे कोई होर मालक है। उन्हां दी वढ टुक जान बुझ के करके हथ पैर वढ के उन्हां नूं सड़कां ते रखिया होया है। लोग तरस करके पैसे सिटी जाते हैं। हथ ने उन्होंने दे वो बंदे इकट्ठे करके लैंदे, चक के लैंदे उन्होंने। पर यह जिहड़ा मंगता है ना, ये रोंदा है किस ढंग नाल, ये सिफत करदा है, ये उदा नहीं रोंदा। कहो सतनाम सिंह। ढाडी हुंदा मंगण वाला ते ढाडी सिफत करन वाला भी है। पहला ढाडी सिफत करदे सी राजियां दी, सूरमियां दी, योधियां दी। ते नौवें पातशाह जी ने ढाडियां नूं जिहड़ा है अपना, छेवें पातशाह जी ने माफ़ करना, छेवें पातशाह जी ने ढाडियां नूं गुरु घर की सिफत करन लाया। कहो सतनाम श्री। सब तो पहला अब्दुल्ला ढाडी जिहड़ा सीगा उहनूं कहा कि सूरमियां दीयां वारां सुना, संगत नूं रस्ते विच लुटिया जांदा, तकड़ी कर इन्हां नूं, योधियां दीयां वारां सुना सुना के। तो इस तरह गुरु प्यारे हो, ढाडी गुरु घर का मंगता, होर किसी का मंगता नहीं गा, इस घर का मंगता हाँ मैं। चौथे पातशाह जी कहते एक दिन मैं ढाडी मैं मंगता हरि दे दर ते आ गया। कित्थे? गुरु अमरदास जी दे दर ते आ गए। हर प्रभ खसम का हर कै दर आया, हर अंदर सुनी पुकार ढाडी मुख लाया। इच भी हड बीती आ गुरु रामदास महाराज जी दी। घुंगणियां वेचदे वेचदे गुरु प्यारे हो गोइंदवाल साहब आ गए।
ਘੁੰਗਣੀਆਂ ਵੇਚਦੇ ਵੇਚਦੇ ਇੱਕ ਦਿਨ ਸੰਗਤ ਨੂੰ ਸੇਵਾ ਕਰਦੇ ਤੇ ਆਨੰਦ ਮਾਣਦੇ ਵੇਖਿਆ, ਛੱਡ ਕੇ ਘੁੰਗਣੀਆਂ ਸੇਵਾ ਕਰਨ ਲੱਗ ਪਏ। ਸੇਵਾ ਕਰਦੇ ਹੈ, ਟੋਕਰੀ ਦੀ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ। ਤੇ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਬੈਠੇ ਸੇਵਾ ਦੇਖ ਰਹੇ ਹੈ ਤੇ ਉਹਨਾਂ ਦੇ ਕੋਲ ਉਹਨਾਂ ਦੇ ਅਰਧੰਗੀ ਮਾਤਾ ਜੀ ਆ ਗਏ ਉਹਨਾਂ ਦੇ ਮਹਿਲ ਤੇ ਕੋਲੇ ਖੜ ਕੇ ਕਹਿਣ ਲੱਗੇ, ਆਪਣੀ ਭਾਨੀ ਵਿਆਹੁਣ ਯੋਗ ਹੋ ਗਈ ਆ, ਕੋਈ ਬੱਚਾ ਦੇਖੋ ਉਹਦੇ ਵਾਸਤੇ, ਲੜਕਾ ਦੇਖੋ ਕੋਈ ਸੁੰਦਰ ਜਿਹਾ। ਤੇ ਗੁਰੂ ਅਮਰਦਾਸ ਜੀ ਕਹਿੰਦੇ ਵੀ ਕਿਹੜਾ ਲੜਕਾ ਕਿਹੋ ਜਿਹਾ ਹੋਵੇ, ਤੇ ਸਾਹਮਣੇ ਕੁਦਰਤੀ ਜੇਠਾ ਜੀ ਆ ਰਹੇ ਆ ਰਾਮਦਾਸ ਜੀ ਮਹਾਰਾਜ, ਕਹੋ ਸਤਨਾਮ। ਔਰ ਮਾਤਾ ਜੀ ਕਹਿੰਦੇ ਇਹ ਬੱਚੇ ਵਰਗਾ ਹੋਵੇ, ਕਹਿੰਦੇ ਇਹੋ ਜਿਹਾ ਤਾਂ ਇਹੋ ਹੀ ਆ, ਫਿਰ ਇਸੇ ਨੂੰ ਸੱਦ ਲੈਂਦੇ ਆ, ਕਹੋ ਸਤਨਾਮ। ਬੁਲਾਇਆ, ਆਵਾਜ਼ ਮਾਰੀ, ਪੁੱਤਰ ਕਿੱਥੋਂ ਆਇਆ ਜੀ? ਆਇਆ ਤਾਂ ਮੈਂ ਲਾਹੌਰ ਤੋਂ ਆ, ਪਿੱਛਾ ਲਾਹੌਰ ਦਾ, ਨਾਨਕੇ ਘਰ 'ਚ ਰਹਿ ਕੇ। ਸਾਰਾ ਪੁੱਛ ਗਿੱਛ ਕੀਤੀ। ਵੈਸੇ ਪੁੱਛ ਗਿੱਛ ਦਾ ਮਤਲਬ ਇਹ ਨਹੀਂ ਹੈਗਾ ਵੀ ਖਾਸ ਬੰਦਾ ਲੱਭਣਾ ਹੈ, ਵੈਸੇ ਪੁੱਛ ਗਿੱਛ ਕੀਤੀ ਔਰ ਉਹਨਾਂ ਦੀ ਸ਼ਾਦੀ ਬੱਚੀ ਭਾਨੀ ਨਾਲ ਕਰ ਦਿੱਤੀ, ਕਹੋ ਸਤਨਾਮ ਸ੍ਰੀ। ਫਿਰ ਹਰ ਅੰਦਰ ਸੁਣੀ ਪੁਕਾਰ, ਢਾਡੀ ਮੁੱਖ ਲਾਇਆ, ਮੈਨੂੰ ਮੰਗ ਤੈਨੂੰ ਗੁਰੂ ਨੇ ਕੋਲੇ ਸੱਦ ਲਿਆ। ਮੂੰਹ ਲਾਉਣਾ ਭਾਵ ਕੋਲੇ ਬਿਠਾਉਣਾ, ਮੁੱਖ ਲਾਇਆ ਕੋਲੇ ਬਿਠਾ ਲਿਆ, ਮੁਖੀ ਬਣਾਤਾ, ਸੰਗਤ ਦਾ ਮੁਖੀ ਵੀ ਬਣ ਗਿਆ। ਜੇਠਾ ਜੀ ਜਦੋਂ ਸੇਵਾ ਚੱਲਦੀ ਸੀ, ਹਜੇ ਗੁਰੂ ਵਾਲੇ ਨਹੀਂ, ਗੁਰੂ ਵੀ ਨਹੀਂ ਸੀ ਬਣੇ, ਸੇਵਾਦਾਰ ਸੀਗੇ, ਪਰ ਗੁਰੂ ਘਰ ਦੇ ਜਵਾਈ ਬਣ ਗਏ ਸੀ। ਪਰ ਜਵਾਈ ਬਣ ਕੇ ਜਵਾਈਆਂ ਵਾਲਾ ਹੰਕਾਰ ਨਹੀਂ ਸੀਗਾ। ਆਪ ਤੜਕੇ ਕਈਆਂ ਬੱਠਲ ਸਭ ਬਾਹਰ ਕੱਢ ਕੇ ਰੱਖਦੇ, ਆਥਣੇ ਸਭ ਤੋਂ ਬਾਅਦ ਆਪ ਸੰਭਾਲਦੇ, ਆਪ ਹੀ ਸੰਗਤਾਂ ਨੂੰ ਜਿਹੜੇ ਦਿਹਾੜੀ ਵਾਲੇ ਸੀ ਦਿਹਾੜੀਆਂ ਦਿੰਦੇ ਉਹਨਾਂ ਨੂੰ, ਕਹੋ ਸਤਨਾਮ। ਅਮਰਦਾਸ ਜੀ ਨੇ ਡਿਊਟੀ ਲਾਤੀ, ਮੁਖੀ ਬਣਾ ਦਿੱਤਾ ਸੰਗਤ ਦਾ, ਸੇਵਾਦਾਰ ਨੂੰ ਹੀ। ਤਾਂ ਫਿਰ ਕੀ ਹੋਇਆ ਅੱਗੇ? ਹਰ ਅੰਦਰ ਸੁਣੀ ਪੁਕਾਰ, ਢਾਡੀ ਮੁੱਖ ਲਾਇਆ, ਹਰ ਪੁੱਛਿਆ ਢਾਡੀ ਸੱਦ ਕਹਿ ਕੇ ਤਾਂ ਅਰਥ ਤੂੰ ਆਇਆ। ਇੱਕ ਦਿਨ ਗੁਰੂ ਨੇ ਪੁੱਛਿਆ, ਉਹ ਤੂੰ ਲੈਣ ਕੀ ਆਇਆ ਮੇਰੇ ਕੋਲ? ਮੰਗਤੇ ਨੂੰ ਪੁੱਛਦੇ, ਹਾਂ ਭਾਈ ਕੀ ਚਾਹੀਦਾ? ਇੱਕ ਦਿਨ ਮਾਲਕ ਨੇ ਪੁੱਛ ਲਿਆ। ਆਪਾਂ ਵੀ ਸਾਰੇ ਦਰ ਦੇ ਮੰਗਤੇ ਬਣੀਏ, ਰੋਜ਼ ਆਈਏ ਘਰੇ ਤਾਂ ਪੁੱਛੂਗਾ। ਆ 40 ਦਿਨਾਂ ਦੀ ਪਿਰਤ ਪਈ ਹੈ ਨਾ ਵੀ 40 ਦਿਨ ਜਾਓ ਵੀ ਗੁਰਦੁਆਰੇ, 40 ਦਿਨ ਕੋ ਜਾਓ, ਰੋਜ਼ ਹੀ ਜਾਓ। ਵੈਸੇ 40 ਦਿਨਾਂ ਤੁਹਾਡਾ ਜੀਅ ਲੱਗ ਜਾਂਦਾ, ਕਦੇ ਕਥਾ ਸੁਣ ਕੇ ਕਦੇ ਕੀਰਤਨ ਸੁਣ ਕੇ, ਫਿਰ ਰੋਜ਼ ਆਉਣ ਨੂੰ ਜੀਅ ਕਰੂਗਾ। ਬਸ ਫਿਰ ਕਦੇ ਨਾ ਕਦੇ ਗੱਲ ਬਣ ਹੀ ਜਾਣੀ ਹੈ ਤੁਹਾਡੀ ਵੀ, ਕਹੋ ਸਤਨਾਮ। ਜਿਵੇਂ ਰਾਮਦਾਸ ਜੀ ਕਹਿੰਦੇ, ਮੈਨੂੰ ਪੁੱਛਿਆ ਕੀ ਚਾਹੀਦਾ? ਹਰ ਪੁੱਛਿਆ ਢਾਡੀ ਸੱਦ ਕਹਿ ਕੇ ਤੇ ਅਰਥ ਤੂੰ ਆਇਆ। ਤੇ ਜਿੱਦੇ ਤੁਹਾਨੂੰ ਕਿਤੇ ਪੁੱਛ ਲੈ ਨਾ ਕੀ ਚਾਹੀਦਾ, ਤੁਸੀਂ ਕਿਤੇ ਨਿੱਕੀ ਵਸਤੂ ਨਾ ਮੰਗ ਲਿਓ। ਮਰਦਾਨੇ ਨੇ ਪੁੱਛਿਆ, ਦੱਸ ਕੀ ਦੇਵਾਂ? ਜੋ ਮੰਗੇਗਾ ਉਹੀ ਦੇਊਂਗਾ। ਫਿਰ ਮਰਦਾਨਾ ਸੋਚਾਂ 'ਚ ਪੈ ਗਿਆ, ਯਾਰ ਪਤਾ ਨਹੀਂ ਬਾਬਾ ਨਾਨਕ ਕੀ ਦੇਊਗਾ, ਮੈਂ ਕਿਤੇ ਛੋਟਾ ਜਿਹਾ ਨਾ ਮੰਗ ਲਾਂ। ਕਹਿੰਦਾ ਜੀ ਆਪੇ ਦੇ ਦਿਓ ਜੋ ਦੇਣਾ ਹੈਗਾ। ਕਹਿੰਦੇ ਗੁੱਸੇ ਹੋ ਜਾਏਗਾ? ਕਹਿੰਦਾ ਨਹੀਂ ਗੁੱਸੇ ਨਹੀਂ ਹੁੰਦਾ। ਕਹਿੰਦੇ ਜਾ ਤੈਨੂੰ ਤਾੜ ਦਾ ਗੁਣ ਦਿੱਤਾ, ਆਹ ਮਰਾਸੀਆਂ ਵਿੱਚ ਰਬਾਬ ਦਾ ਗੁਣ ਬਾਬੇ ਨਾਨਕ ਨੇ ਬਖਸ਼ਿਆ, ਇਕੱਲੇ ਮਰਦਾਨੇ ਨੂੰ ਨਹੀਂ, ਉਹਦੀਆਂ ਸਾਰੀਆਂ ਪੀੜ੍ਹੀਆਂ ਦੇ ਵਿੱਚ ਹੀ ਆ ਰਿਹਾ, ਕਹੋ ਸਤਨਾਮ ਸ੍ਰੀ। ਹਰ ਪੁੱਛਿਆ ਢਾਡੀ ਸੱਦ ਕਹਿ ਕੇ ਤਰਤ ਤੂੰ ਆਇਆ। ਤੇ ਚੌਥੇ ਪਾਤਸ਼ਾਹ ਕਹਿੰਦੇ, ਮੈਂ ਕਿਹਾ ਜੀ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਤੁਹਾਡਾ ਨਾਮ ਹੀ ਦੇ ਦਿਓ ਜੀ, ਹੋਰ ਕੁਛ ਨਹੀਂ ਚਾਹੀਦਾ, ਕਹੋ ਸਤਨਾਮ। ਬੜੀ ਵੱਡੀ ਗੱਲ ਹੈ। ਬਾਬਾ ਨੰਦ ਸਿੰਘ ਜੀ ਰੂਮੀ ਵਾਲੇ ਕਹਿੰਦੇ, ਇਹਨਾਂ ਨੂੰ ਬਾਬੇ ਨਾਨਕ ਦੇ ਦਰਸ਼ਨ ਹੋਏ ਤੇ ਪੁੱਛਿਆ ਕੀ ਮੰਗਿਆ? ਕੀ ਮੰਗਦਾ ਬਈ? ਕਹਿੰਦਾ ਜੀ ਮੈਨੂੰ ਮੰਗਣਾ ਨਹੀਂ ਆਉਂਦਾ। ਕਹਿੰਦੇ ਨਹੀਂ ਕੁਛ ਤਾਂ ਮੰਗ ਲੈ, ਹੁਣ ਤੋਂ ਮੈਨੂੰ ਇੰਨੇ ਦਿਨਾਂ ਦਾ ਯਾਦ ਕਰੀ ਜਾਣਾ, ਮੰਗ ਲੈ ਕੁਛ। ਕਹਿੰਦੇ ਜੀ ਬਸ ਮੈਨੂੰ ਆਪ ਦਾ ਬਣਾ ਲਓ, ਤੁਸੀਂ ਮੇਰੇ ਬਣ ਜਾਓ। ਕਹਿੰਦੇ ਹਜੇ ਕਹਿੰਦਾ ਮੰਗਣਾ ਨਹੀਂ ਆਉਂਦਾ ਗਾ, ਗੋਦ ਪੈ ਕੇ ਤਾਂ ਸਾਰਾ ਕੁਛ ਹੀ ਮਿਲ ਗਿਆ, ਕਹੋ ਸਤਨਾਮ। ਤੂੰ ਤਾਂ ਮੈਨੂੰ ਆਪ ਦਾ ਬਣਾ ਲਿਆ, ਤੂੰ ਮੇਰਾ ਬਣ ਗਿਆ ਤੇ ਮੇਰਾ ਸਾਰਾ ਕੁਝ ਤੇਰਾ ਹੋ ਗਿਆ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰੇ ਸਭ ਜਗ ਤੇਰਾ ਹੋਏ। ਹਜੇ ਕਹਿੰਦਾ ਮੈਨੂੰ ਮੰਗਣਾ ਨਹੀਂ ਆਉਂਦਾ। ਵੈਸੇ ਇਹ ਮੰਗਣਾ ਬਹੁਤ ਔਖਾ ਹੈ, ਕੋਈ ਵਿਰਲਾ ਹੀ ਮੰਗਦਾ, ਛੋਟੀਆਂ ਛੋਟੀਆਂ ਵਸਤੂਆਂ ਸਾਰੇ ਮੰਗਦੇ ਆ। ਕਿਤੇ ਅਰਥ ਤੂੰ ਆਇਆ, ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ। ਤੇ ਦਾਤੇ ਨੇ ਵੀ ਫਿਰ ਘਾਟ ਨਹੀਂ ਛੱਡੀ, ਹਰ ਦਾਤਾ ਹਰ ਨਾਮ ਜਪਾਇਆ, ਸਿਰ ਤੇ ਹੱਥ ਰੱਖ ਕੇ ਥਾਪੜਾ ਦੇ ਕੇ ਆਪ ਉਹਨੇ ਮੈਥੋਂ ਆਪ ਦਾ ਨਾਮ ਜਪਾਇਆ, ਨਾਨਕ ਪਹਿਨਾਇਆ। ਜਪਾਇਆ ਤੇ ਫਿਰ ਮੈਨੂੰ ਆਪ ਦੇ ਵਿੱਚ ਵਸਾ ਲਿਆ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਗੁਰੂ ਅਮਰਦਾਸ ਜੀ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਗੁਰੂ ਵਾਲੇ ਬਣਨਾ ਚਾਹੀਦਾ, ਸਾਰੀ ਰਾਤ ਨੀਂਦ ਨਹੀਂ ਆਈ। ਤੜਕੇ ਬੀਬੀ ਅਮਰੋ ਨੂੰ ਬਾਣੀ ਪੜ੍ਹਦੇ ਸੁਣਿਆ ਤੇ ਪੁੱਛਿਆ, ਬਾਪੂ ਤੁਸੀਂ ਕਿਵੇਂ ਰਾਤ ਨੂੰ ਜਾਗਦੇ ਰਹੇ? ਹਾਂ ਬੇਟਾ ਮੈਂ ਗੁਰੂ ਲੱਭਦਾ ਸੀਗਾ, ਪਰ ਤੂੰ ਕੀ ਪੜ੍ਹਦੀ ਸੀ? ਜੀ ਮੈਂ ਬਾਣੀ ਪੜ੍ਹਦੀ, ਜਪਜੀ ਸਾਹਿਬ ਬਾਬੇ ਨਾਨਕ ਦੀ ਬਾਣੀ। ਕਿੱਥੇ ਆ ਬਾਬਾ ਨਾਨਕ? ਉਹ ਕਹਿੰਦੇ ਉਹ ਤਾਂ ਹੈ ਨਹੀਂਗਾ। ਓਹੋ,
ऐसी बाणी रचनहारा है नहीं गा। कहते नहीं, उन्होंने थां ते मेरे पिता जी ड्यूटी करते आ। कहो सतनाम सिंह, तुसीं उन्हां कोल चले जाओ, उन्हां तो भी गुरमंत्र लै सकते हो। कहने बेटा फिर लैके चल। तो बीबी अमरों लैके गई, पर उन्होंने हुक्म सीगा कि मेरे हुक्म तो बगैर कुछ नहीं करना, सदे बिना आना नहीं, भेजे बिना जाना नहीं। इस करके लै तो गए, बाहर खड़ा गए अमरदास जी नूं। बीबी अमरों अंदर चली गई। ये भी अज मंगते बन के गए आ अंगद देव के दर ते। हालांकि मुंडे वाले सीगे, भतीज इन्हां दा बीबी अमरों नूं ब्याह सी, कुड़मो कुड़मी सी। कहो सतनाम। पर नहीं, इत्थे कोई चीज़ ना लैके आओ, इत्थे मंगता बन के आओ। जे कुछ लैना तो भांडा खाली करके लियाओ, भरे भांडे कुछ नहीं पैना। कहो सतनाम। हिरदा रूपी भांडा खाली करके लियाओ, ये पै जे कुछ। तो जब बीबी अमरों अंदर गई तो गुरु अंगद देव जी कहने बेटा जिन्हों की बाँह फड़ के लियाई ना, उन्होंने राह च नहीं छड्डीदा, जा लैके आ अंदर। हर पुछिया ढाडी सदके, हर अंदर सुनी पुकार ढाडी मुख लाया। गुरु अमरदास जी की वार्ता भी इस तरह की है। कहने मैनू भी अंदर सद्या। जब मैं सामने गया तो हुण सामने जाके गुरु अमरदास जी पैरी पैन लगे, तो पर गुरु अंगद देव जी कुड़म जान के मंजे तो खड़े होकर गलवकड़ी च लैन लगे। वो कहते नहीं नहीं जी, नहीं नहीं, मैं कुड़म बन के नहीं आया, मैं तो थोड़ी शरण लैन आया। जो शरण आवे तिस कंठ लगावे, बिरध स्वामी संदा, मैनू पैरी ला लो। कहते गल की होगी? फिर सारी गल दसी। कहते आह गल है। हर पुछिया ढाडी सदकै किते अर्थ तू आया। कहने मैनू नाम दिओ, मैं नगुरा फिरदा, मैनू गुरु वाला बना दिओ अज। कहो सतनाम। कहते आ जा फिर। ने देवो दान दयाल प्रभ, हर नाम ते आया, मैनू भी वो नाम दिओ। कहते ठीक है पुरखा। पुरखा कहते सीगे, कुड़मा नहीं सी कहते, पुरखा कहते सीगे। ठीक है पुरखा। कई दिन सेवा की। एक दिन कहते ब्यासा तो पानी लिया के इशनान कराया कर। परखना भी सी ना, भावें कि उम्र भी 65 साल की सीगी, पर 20-30-40 किलो की गागर तांबे की पित्तल की मोढे ते रख के 12 साल पानी ढोया। तो 12 सालों के बाद जो गुरु अंगद ने कृपा की ना, कृपा की तो फिर की कृपा की? हर दाता हर नाम च पाया, आपे सेवा लायन आपे बख्श करे, सबना का माँ प्यो आपे आपे सार करे। हर दाता हर नाम च पाया, नानक पहनाया, मैनू नानक ही बना देता। कहो सतनाम सिंह। तो सिखो जिन्हां जिन्हां ते गुरु कृपा करदा ना, उन्होंने आपका रूप बना लैंदा। खालसा मेरो रूप है खास, तुहानू भी घट नहीं छड्डेगा, पर तुहानू भी चलना पऊगा, मैनू भी चलना पऊगा, तो वह आपदे विच मिला लूगा। खालसा मेरो रूप है खास, खालसे में हो करो निवास, खालसा मेरी जान की जान, खालसा मेरो प्राण को प्राण, खालसा मेरो मुख है अंगा, खालसे के हाँ सरसा संगा। पर एक शर्त है याद रखियो, जावला खालसा रहे नियारा, तब लग तेज दियो मैं सारा। सारा होरा भी नहीं रखिया, सारा ही देता। जावे गह विपन की रीत, मैं न करो इनकी प्रतीत, पर जे बामणी कर्म करना च पै गया फिर मेरा कुछ नहीं लगता तू। को सतनाम। ये शर्त याद रखिए, गुरु वाले बनिए, नाम जपीए और गुरु दे लड़ ला के फिर आसे पासे भटकना बंद करिए। हर दाता हर नाम जपाया, नानक पहनाया शुद्ध। ते शुद्ध शब्द पातशाह ने खास करके एक डायरैक्शन दी है कि ये विच कोई बदलाव करन दी लोड़ नहीं, कोई कन्ना सिहारी बिहारी ना बदलन बह जिओ। शुद्ध ये कहना है कि मैं शुद्ध करके लिखी है बाणी, तुसीं आपदी मत ना बरतन बह जिओ इहदे च। दूसरा शुद्ध करता है कि जे तुसी इस बाणी नूं विचारोगे पढ़ोगे तुसी भी शुद्ध हो जाओगे। वाहो वाहो बाणी निरंकार है, गुरबाणी बनी है। कहो सत आपां गुरबाणी बन जाइए। गुरबाणी किवें बनांगे? बाणी वांगू चल के। कहो सतनाम। जिवें बाणी कहंदी उवें चल के गुरबाणी बन जाओगे, शब्द बन जाओगे, शब्द बन के परमेश्वर च मिल जाओगे। कहो सतनाम सी। शुद्ध शब्द पिछे जे काफ़ी समा पहला कुछ सियाणियां ने सलाह की भी यार जेड़े मंगलाचरण आ, जिवें अगला मंगलाचरण आऊगा अगले राग का, ये मंगलाचरण जिहड़ा है पहला लिखिया राग माझ, चौपदे घर पहला महला चौथा, तो फिर लिखिया मंगलाचरण एक ओंकार सतनाम करता पुरख निरभौ निर्वैर कालमूर्त अजूनी सैभां गुरप्रसाद। कुछ लोगों ने साडे सिख जगत विच ही साडे बंदियां ने सियाणे समझ के अपने आप नूं बई आपां मंगलाचरण सारे पहला करिए, आ जिहड़ा राग दा ना वो मगर कर दईए सारियां दा।
काफ़ी समा उन्होंने काम किया, करन की कोशिश की, पर अखीर उन्होंने परमेश्वर ने तजर्बा दिखाया भी तुसीं गलत जा रहे हो। जो गुरु ने लिखता शुद्ध लिखता तहानू इत्थे ही रुक जाना चाहिए। कहो सतनाम श्री। इस कोई कलम चलाउण दा हुक्म नहीं किसी नूं। अपने ही पुत्र राम राय ने थोड़ा जिहा वचन बदलिया सी बोलण ची। मिट्टी मुसलमान की बेई पेड़ा पई घुमियार की थां ते मिट्टी बेईमान की कहा सीगा। उत्थे राम राय जी ने राम राय नूं हर राय साहब जी ने त्याग ही दिता, कदे जिधर मूँह आ उधर वग जा, ये विच किसी नूं हक नहीं है। गुरु दे ये हक अपने हथ विच रखे हुए है, कोई ये विच कुछ अपनी मनमर्जी नहीं कर सकता गा। बहुत बहुत धन्यवाद जिन्होंने हाजरियां लवाइया। विचारां इत्थे रोकदे हैं, बोलदे ने आखिर बाद घाट हो जाते। सिख संगतां ते सतगुरु बख्शण जोग है, बख्श लैना जी। समत बख्शनी, इस तरह सेवा करने का बल बख्शना। गुरु कृपा करके जो आरंभता की है संपूर्ण करवा लेन। अरदास करया करिए। आओ समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह। राम कली महला तीजा।